ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਕੱਲ ਸੁਪਨੇ ਦੀ, ਡ੍ਰੀਮ ਦੀ, ਘਰ ਬਣਾਉਣ ਦੇ ਸੁਪਨੇ ਦੀ। ਘਰ ਬਣਾਉਣ ਦਾ ਸੁਪਨਾ ਸਾਡਾ ਸਾਰਿਆਂ ਦਾ ਹੁੰਦਾ ਹੈ, ਪਰ ਉਹ ਬਿਨਾਂ ਰੇਤ ਤੋਂ ਪੂਰਾ ਤਾਂ ਨਹੀਂ ਹੋ ਸਕਦਾ। ਤੇ ਰੇਤ ਜਦੋਂ ਮਹਿੰਗਾ ਹੋਵੇ ਤਾਂ ਫਿਰ ਸੁਪਨਾ ਲੇਟ ਵੀ ਹੋ ਸਕਦਾ ਹੈ, ਸ਼ਾਇਦ ਅਧੂਰਾ ਵੀ ਰਹਿ ਸਕਦਾ ਹੈ। ਹੁਣ ਖਬਰ ਕੀ ਹੈ? ਖਬਰ ਇਹ ਹੈ ਕਿ ਸਰਕਾਰ 5 ਤਰੀਕ ਤੋਂ 7 ਜ਼ਿਲ੍ਹਿਆਂ ਦੇ ਵਿੱਚ 18 ਮਾਈਨਿੰਗ ਸਾਈਟਸ ਦੇ ਉੱਤੇ ਰੇਤ ਦੀ ਵਿਕਰੀ ਸ਼ੁਰੂ ਕਰਨ ਜਾ ਰਹੀ ਹੈ। ਖੱਡ ਦੇ ਉੱਤੇ ਯਾਨੀ ਮਾਈਨਿੰਗ ਸਾਈਟ ਦੇ ਉੱਤੇ ਰੇਤ ਮਿਲੇਗਾ 5.5 ਰੁਪਏ ਕਿਊਬਿਕ ਫੁੱਟ ਦੇ ਹਿਸਾਬ ਦੇ ਨਾਲ। ਹੁਣ ਸਵਾਲ ਹੈ ਕਿ ਅੱਜ ਚਰਚਾ ਕਿਉਂ? ਚਰਚਾ ਇਸ ਲਈ ਕਿ ਵਾਕਈ ਹੀ ਪੰਜਾਬ ਦੇ ਲੋਕਾਂ ਨੂੰ 5 ਤਰੀਕ ਤੋਂ 5.5 ਰੁਪਏ ਰੇਤ ਮਿਲਣ ਜਾ ਰਿਹਾ ਹੈ। ਇਹ ਸਵਾਲ ਇਸ ਲਈ ਕਿਉਂਕਿ ਰੇਤ ਦੇ ਰੇਟ ਨੇ ਤਾਂ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ। ਸਰਕਾਰੀ ਰੇਤ ਖੱਡ ਤੇ ਹੀ ਮਿਲੇਗਾ। ਟਰਾਲੀ ਭਰ ਕੇ ਤੁਸੀਂ ਖੁਦ ਉਥੋਂ ਰੇਤ ਲਿਆ ਸਕਦੇ ਹੋ। ਕਿ ਇਹ ਪੂਰਾ ਸਿਸਟਮ ਕੰਮ ਕਰੇਗਾ? ਇਹ ਵੱਡਾ ਸਵਾਲ ਹੈ, ਕਿਉਂਕਿ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੇ ਅਜਿਹੇ ਲੋਕ ਹੋਣਗੇ ਜਿਹੜੇ ਕਹਿਣਗੇ ਸਾਨੂੰ ਤਾਂ ਪੂਰੀ ਟਰਾਲੀ ਨਹੀਂ ਚਾਹੀਦੀ ਰੇਤ ਦੀ, ਤਾਂ ਸਾਨੂੰ ਘੱਟ ਰੇਤ ਜੇ ਚਾਹੀਦਾ ਤਾਂ ਉਹ ਕਿਹੜੇ ਰੇਟ ਤੇ ਮਿਲੇਗਾ? ਕਿ ਬਾਹਰ ਆ ਕੇ ਦੁਬਾਰਾ ਜਿਹੜਾ ਮਾਫੀਆ ਹੈ ਰੇਤ ਵਾਲਾ, ਉਹ ਮਹਿੰਗੇ ਭਾਅ ਦੇ ਉੱਤੇ ਰੇਤਾ ਵੇਚਣਾ ਤਾਂ ਸ਼ੁਰੂ ਨਹੀਂ ਕਰ ਦੇਗਾ। ਉਸ ਨੂੰ ਕੰਟਰੋਲ ਕਰਨ ਵਾਸਤੇ ਕੀ ਹੈ? ਦੂਜਾ ਪੁਆਇੰਟ, ਵੱਡੇ ਵੱਡੇ ਟਿੱਪਰਾਂ ਦੇ ਨਾਲ ਮਾਈਨਿੰਗ ਜਦੋਂ ਹੁੰਦੀ ਹੈ ਤਾਂ ਉੱਥੋਂ ਰੇਤਾ ਕੱਢਿਆ ਜਾਂਦਾ ਹੈ। ਫਿਲਹਾਲ ਟਿੱਪਰ ਉੱਥੇ ਲੈ ਕੇ ਜਾਣ ਦੀ ਇਜਾਜ਼ਤ ਨਹੀਂ, ਤਾਂ ਫਿਰ ਇਹ ਟਰਾਲੀਆਂ ਦੇ ਨਾਲ ਰੇਤ ਦੀ ਪੂਰਤੀ ਹੋਵੇਗੀ ਕਿਵੇਂ? ਕਿਉਂਕਿ ਜੇਕਰ ਕਿਸੇ ਨੇ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ ਜਾਂ ਕੋਈ ਵੱਡਾ ਕੰਮ ਤੋਰ ਲਿਆ ਤਾਂ ਫਿਰ ਉੱਥੇ ਤਾਂ ਕਾਫੀ ਮਾਤਰਾ ਦੇ ਵਿੱਚ ਰੇਤਾ ਚਾਹੀਦਾ ਹੋਏਗਾ। ਖੈਰ, ਦਾਅਵਾ ਇਹੀ ਹੋ ਰਿਹਾ ਹੈ ਕਿ ਹੁਣ ਮਾਫੀਆ ਦੀ ਕੋਈ ਵੀ ਮਿਲੀਭੁਗਤ ਸਾਹਮਣੇ ਨਹੀਂ ਰਹੇਗੀ। ਰੇਤਾ ਲੋਕਾਂ ਨੂੰ ਡਾਇਰੈਕਟ ਮਿਲੇਗਾ, ਯਾਨੀ ਕਿ ਸਸਤਾ ਰੇਤ ਮੁਹੱਈਆ ਕਰਵਾਇਆ ਜਾਵੇਗਾ। ਤਾਂ ਅੱਜ ਪ੍ਰਾਈਮ ਟਾਈਮ ਦੇ ਵਿੱਚ ਚਰਚਾ ਮਾਫੀਆ ਮੁਕਤ ਰੇਤ ਦੇ ਉੱਤੇ। ਰੇਤਾ ਪੰਜਾਬ ਦੀ ਰਾਜਨੀਤੀ ਦੇ ਚੱਕਰ ਨੂੰ ਰੇਤ ਘੜੀ ਵਾਂਗ ਘੁਮਾਉਂਦਾ ਰਿਹਾ ਹੈ। ਰੇਤੇ ਦੇ ਰੇਟ ਕੰਟਰੋਲ ਨਹੀਂ ਹੋਏ ਤਾਂ ਆਮ ਲੋਕਾਂ ਨੇ ਸਿਆਸੀ ਧਿਰਾਂ ਨੂੰ ਕੰਟਰੋਲ ਕਰ ਦਿੱਤਾ। ਵਜ਼ਾਰਤ ਬਦਲੀ ਤਾਂ ਰੇਤੇ ਨੂੰ ਲੈ ਕੇ ਨਵੇਂ ਐਲਾਨ ਵੀ ਹੋਏ। ਸਸਤਾ ਰੇਤਾ ਦੇਣ ਤੇ ਜਾਰੀ ਰੱਸਾਕਸ਼ੀ ਦੇ ਵਿਚਾਲੇ ਕੈਬਨਿਟ ਦੀ ਮੀਟਿੰਗ ਹੋਈ ਤਾਂ ਤਿਆਰੀਆਂ ਨਵੀਂ ਸ਼ੁਰੂਆਤ ਦੀਆਂ ਵੀ ਹੋਈਆਂ। ਕੈਬਨਿਟ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਲੁਧਿਆਣਾ ਤੋਂ 5 ਫਰਵਰੀ ਨੂੰ ਸੀਐਮ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ। 7 ਜ਼ਿਲ੍ਹਿਆਂ ਦੇ ਵਿੱਚ 18 ਸਾਈਟਾਂ ਤੇ ਸਸਤਾ ਰੇਤਾ ਮਿਲਣਾ ਇਸ ਦਿਨ ਤੋਂ ਸ਼ੁਰੂ ਹੋ ਜਾਵੇਗਾ। ਸਾਈਟ ਤੋਂ ਕੋਈ ਵੀ ਸ਼ਖਸ ਟਰੈਕਟਰ ਟਰਾਲੀ ਦੇ ਰਾਹੀਂ ਰੇਤਾ ਲਿਜਾ ਸਕੇਗਾ ਤੇ ਇਸ ਰੇਤੇ ਦਾ ਰੇਟ 5.5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਦੇ ਨਾਲ ਹੋਵੇਗਾ। ਆਉਣ ਜਾਣ ਦਾ ਸਾਰਾ ਖਰਚਾ ਖਰੀਦਦਾਰ ਨੂੰ ਖੁਦ ਚੁੱਕਣਾ ਹੋਵੇਗਾ। 31 ਮਾਰਚ ਤੱਕ 14 ਜ਼ਿਲ੍ਹਿਆਂ ਦੇ ਵਿੱਚ ਅਜਿਹੀਆਂ 50 ਸਾਈਟਾਂ ਕਾਰਜਸ਼ੀਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਾਈਟ ਤੇ ਟਰੈਕਟਰ ਟਰਾਲੀ ਲਿਜਾ ਸਕਣਗੇ, ਪਰ ਟਿੱਪਰ ਨਹੀਂ, ਇਹ ਵੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ। 50 ਸਾਈਟਾਂ ਨੇ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਚਾਲੂ ਹੋ ਜਾਣਗੀਆਂ ਕਿ ਕੋਈ ਵਿਅਕਤੀ ਆਪਦੇ ਘਰ ਦੀ ਵਰਤੋਂ ਦੇ ਲਈ ਜਾਵੇ, ਟਰੈਕਟਰ ਟਰਾਲੀ ਲੈ ਕੇ ਜਾਵੇ, ਕਿਸੇ ਆਂਢੀ ਗੁਆਂਢੀ ਦਾ ਟਰੈਕਟਰ ਟਰਾਲੀ ਲੈ ਕੇ ਜਾਵੇ ਤੇ ਉੱਥੋਂ ਮੈਨੂਅਲੀ ਰੇਤਾ ਭਰ ਲਿਆਵੇ। 5.5 ਰੁਪਏ ਉਹਨੂੰ ਕਾਸਟ ਕਰਨੀ ਹੈ। ਆਉਣ ਜਾਣ ਦਾ ਖਰਚਾ ਉਸ ਵਿਅਕਤੀ ਦਾ ਆਪਣਾ ਹੋਏਗਾ। ਪਰ ਮੈਂ ਸਮਝਦਾ ਕਿ ਇਹਦੇ ਨਾਲ ਹੀ ਜਿਹੜਾ ਇੱਕ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਮਾਫੀਆ ਚੱਲ ਰਿਹਾ ਸੀਗਾ, ਉਹਨੂੰ ਜੜੋਂ ਪੱਟ ਕੇ ਖਤਮ ਕਰਨ ਦਾ ਕੰਮ ਹੈ ਜਿਹੜਾ ਉਹ ਇਸ ਫੈਸਲੇ ਦੇ ਨਾਲ ਮਾਨ ਸਰਕਾਰ ਨੇ। ਸੋ ਲੋਕਾਂ ਨੂੰ ਨਿੱਜੀ ਇਸਤੇਮਾਲ ਦੇ ਲਈ ਸਸਤੀਆਂ ਦਰਾਂ ਤੇ ਰੇਤਾ ਮੁਹੱਈਆ ਕਰਾਉਣ ਦਾ ਐਲਾਨ ਤਾਂ ਸਰਕਾਰ ਨੇ ਕਰ ਦਿੱਤਾ ਹੈ, ਪਰ ਵਿਰੋਧੀ ਕੀ ਇਸ ਸਸਤੇ ਰੇਤ ਵਾਲੀ ਪਾਲਿਸੀ ਨੂੰ ਸਵੀਕਾਰ ਕਰਨਗੇ? ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਵੀ ਹੋਵੇਗੀ, ਕਿਉਂਕਿ ਰੇਤੇ ਦੇ ਰੇਟ ਨੂੰ ਲੈ ਕੇ ਬਹੁਤ ਸਿਆਸਤ ਪੰਜਾਬ ਦੇ ਵਿੱਚ ਹੋਈ ਹੈ ਕਿ ਰੇਤ ਦਾ ਰੇਟ ਬਹੁਤ ਵੱਧ ਗਿਆ ਜੀ, ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ। ਔਰ ਇਹ ਫੈਕਟ ਵੀ ਰਿਹਾ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਰੇਤੇ ਦਾ ਰੇਟ ਇੰਨਾ ਜ਼ਿਆਦਾ ਵੱਧ ਗਿਆ ਕਿ ਕਈ ਲੋਕਾਂ ਨੇ ਆਪਣੇ ਘਰ ਦਾ ਕੰਮ ਰੋਕ ਦਿੱਤਾ, ਜਾਂ ਜੋ ਕੰਸਟਰਕਸ਼ਨ ਦਾ ਕੰਮ ਸੀ ਉਸ ਨੂੰ ਰੋਕ ਦਿੱਤਾ ਕਿ ਥੋੜਾ ਜਿਹਾ ਸਸਤਾ ਹੋਏਗਾ ਫਿਰ ਅਸੀਂ ਕਰਾਂਗੇ, ਨਹੀਂ ਤਾਂ ਬਜਟ ਤੋਂ ਬਾਹਰ ਕੰਮ ਜਾ ਰਿਹਾ ਹੈ। ਤਾਂ ਜੇਕਰ ਤੁਸੀਂ ਵੀ ਆਪਣਾ ਮਕਾਨ ਬਣਾਉਣ ਦੀ ਸੋਚ ਰਹੇ ਹੋ, ਘਰ ਵਾਲਾ ਸੁਪਨਾ ਪੂਰਾ ਕਰਨ ਦੀ ਸੋਚ ਰਹੇ ਹੋ, ਤਾਂ 5 ਤਰੀਕ ਤੋਂ 5.5 ਰੁਪਏ ਰੇਤਾ ਤੁਹਾਨੂੰ ਮਿਲੇਗਾ ਖੱਡ ਦੇ ਉੱਤੇ, ਯਾਨੀ ਕਿ ਮਾਈਨਿੰਗ ਸਾਈਟ ਦੇ ਉੱਤੇ। ਉੱਥੇ ਤੁਹਾਨੂੰ ਜਾਣਾ ਹੋਏਗਾ, ਗੁਆਂਢੀਆਂ ਦੀ ਟਰਾਲੀ ਲੈ ਜਾਓ ਜਾਂ ਤੁਹਾਡੇ ਕੋਲ ਹੈਗੀ ਆ ਤਾਂ ਉਹ ਲੈ ਜਾਓ, ਤਾਂ ਉੱਥੇ ਜਾ ਕੇ 5.5 ਰੁਪਏ ਰੇਤਾ ਮਿਲੇਗਾ। ਇਹ ਸਰਕਾਰ ਦਾਅਵਾ ਕਰ ਰਹੀ ਹੈ 5 ਤਰੀਕ ਤੋਂ ਇਹ ਇੰਪਲੀਮੈਂਟ ਹੋਣ ਜਾ ਰਿਹਾ ਹੈ।
ਚਰਚਾ ਕਰਾਂਗੇ ਇਸ ਮੁੱਦੇ ਉੱਤੇ। ਬਹੁਤ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ, ਇਸ ਕਰਕੇ ਅਸੀਂ ਮੁੱਦੇ ਨੂੰ ਅੱਜ ਚੁਣਿਆ ਵੀ ਹੈ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਰੁਫ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਜਗਤਾਰ ਸਿੰਘ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਸੰਘੇੜਾ ਸਾਹਿਬ ਸਟੂਡੀਓ ਦੇ ਵਿੱਚ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਸੁਖਦੇਵ ਸਿੰਘ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸੁਖਦੇਵ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਵਲਟੋਹਾ ਜੀ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਕਮਲਜੀਤ ਸਿੰਘ ਸੋਈ ਜੀ ਜੁੜ ਰਹੇ ਨੇ, ਬੀਜੇਪੀ ਦੇ ਆਗੂ ਨੇ, ਰਿਪਰੈਜ਼ੈਂਟ ਬੀਜੇਪੀ ਨੂੰ ਕਰਨਗੇ। ਸੋਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਾਰੇ ਮੈਂਬਰਾਂ ਦਾ ਸਵਾਗਤ ਹੈ। ਸੰਘੇੜਾ ਸਾਹਿਬ ਸ਼ੁਰੂਆਤ ਪਰ ਤੁਹਾਡੇ ਤੋਂ। ਬੜੀਆਂ ਉਮੀਦਾਂ ਲੋਕਾਂ ਨੂੰ ਇਸ ਫੈਸਲੇ ਦੇ ਨਾਲ, ਇਸ ਐਲਾਨ ਦੇ ਨਾਲ ਕਿ ਹੁਣ ਤਾਂ 5.5 ਰੁਪਏ ਰੇਤਾ ਮਿਲੇਗਾ, ਉਮੀਦਾਂ ਨੂੰ ਬੂਰ ਪਏਗਾ। ਮੈਂ ਸ਼ੁਰੂਆਤ ਇਸ ਕਰਕੇ ਕਰਨ ਜਾ ਰਿਹਾ ਕਿਉਂਕਿ ਇਸ ਤਰੀਕੇ ਦੇ ਐਲਾਨ ਲੋਕਾਂ ਨੇ ਪਹਿਲਾਂ ਵੀ ਸੁਣੇ ਹੋਣਗੇ। ਇਨਫੈਕਟ ਸੁਖਦੇਵ ਜੀ ਅੱਗੇ ਜ਼ਿਕਰ ਵੀ ਕਰਨਗੇ, ਜਦੋਂ ਚੰਨੀ ਮੁੱਖ ਮੰਤਰੀ ਸੀ ਤਾਂ ਉਹਨਾਂ ਦੇ ਵੱਲੋਂ ਵੀ ਸਸਤੇ ਰੇਟ ਦਾ ਜ਼ਿਕਰ ਕੀਤਾ ਗਿਆ ਸੀ। ਇੰਪਲੀਮੈਂਟ ਕਿਵੇਂ ਹੋਏਗਾ, ਲੋਕਾਂ ਨੂੰ ਇਸ ਦਾ ਫਾਇਦਾ ਕਿਵੇਂ ਪਹੁੰਚੇਗਾ? ਸੰਘੇੜਾ ਸਾਹਿਬ। ਗੌਰਵ ਜੀ, ਐਲਾਨ ਕਰਨਾ ਇੱਕ ਹੋਰ ਚੀਜ਼ ਹੈ। ਜੋ ਚੰਨੀ ਸਾਹਿਬ ਨੇ, ਉਦੋਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ, ਇੱਕ ਪੂਰਾ ਪ੍ਰੋਜੈਕਟ, ਇੱਕ ਪੂਰਾ ਪਲਾਨ ਇੰਸਟੀਚਿਊਟ ਕਰਨਾ, ਪਲਾਨ ਕਰਨਾ ਤੇ ਉਹਨੂੰ ਲਾਗੂ ਕਰਨਾ ਇੱਕ ਅਲੱਗ ਚੀਜ਼ ਹੈ। ਬਿਲਕੁਲ। ਜੋ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਆ, ਉਹਦਾ ਬਕਾਇਦਾ ਤੌਰ ਤੇ ਅੱਜ ਐਲਾਨ ਕੀਤਾ ਜਾ ਰਿਹਾ ਆ ਤੇ ਮੁੱਖ ਮੰਤਰੀ ਸਾਹਿਬ ਇਹਨਾਂ ਖੱਡਾਂ ਦਾ ਐਲਾਨ ਕਰਨਗੇ ਜਿਹੜੀਆਂ ਲੋਕਾਂ ਲਈ ਖੋਲੀਆਂ ਜਾਣਗੀਆਂ ਤੇ ਬਕਾਇਦਾ ਉਹਨਾਂ ਖੱਡਾਂ ਦੇ ਨਾਮ ਦੱਸੇ ਜਾਣਗੇ ਔਰ ਉਹਨਾਂ ਖੱਡਾਂ ਦੇ ਵਿੱਚੋਂ 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਜਿਹੜਾ ਆ ਇਹ ਕੰਜ਼ਿਊਮਰ ਆਪ ਲੈ ਕੇ, ਆਪਣੇ ਵਾਹਨ ਲਿਆ ਕੇ, ਆਪਣੀ ਮਜ਼ਦੂਰ ਲੈ ਕੇ ਜਾਂ ਆਪ ਆਪਣਾ ਭਰ ਕੇ ਲਿਜਾ ਸਕਦਾ ਆ। ਅਸਲ ਵਿੱਚ ਇਹਦੀ ਜਿਹੜੀ ਮੈਂ ਸਿੰਪਲੀਸਿਟੀ ਹੋਰ ਕਰ ਦੇਵਾਂ, ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਜਿੰਨੀ ਦੇਰ ਮਾਫੀਆ ਐਂਟਰ ਨਹੀਂ ਕੀਤਾ ਰੇਤ ਖਨਨ ਦੇ ਵਿੱਚ, ਉਸ ਵੇਲੇ ਲੋਕ ਨੇੜੇ ਤੇੜੇ ਜਿੱਥੇ ਵੀ ਕਿਤੇ ਖੱਡ ਹੁੰਦੀ ਸੀ ਉਹ ਤੋਂ ਆਪਣਾ ਮਕਾਨ ਬਣਾਉਣਾ ਤਾਂ ਆਪ ਲੈ ਆਉਂਦੇ ਹੁੰਦੇ ਸੀਗੇ। ਹੌਲੀ ਹੌਲੀ ਰੇਤਾ ਜਿਹੜਾ ਆ ਇਹ ਮਤਲਬ ਪ੍ਰੈਸ਼ੀਅਸ ਆਈਟਮ ਬਣ ਗਿਆ ਕਿਉਂਕਿ ਕਈ ਤਰ੍ਹਾਂ ਦਾ ਮਾਫੀਆ, ਕਈ ਤਰ੍ਹਾਂ ਦੇ ਜਿਹੜੇ ਆ ਬਲੈਕ ਮਾਰਕੀਟਿੰਗ ਕਰਨ ਵਾਲੇ, ਕਈ ਲੋਕ ਤੇ ਸਿਆਸੀ ਲੋਕ ਵੀ, ਅਸਰ ਸੁਖ ਵਾਲੇ ਲੋਕ ਵੀ, ਉਹਨਾਂ ਨੇ ਇਸ ਨੂੰ ਇੱਕ ਧੰਦਾ ਬਣਾ ਲਿਆ ਤੇ ਸਰਕਾਰ ਦੇ ਕੋਲ ਪੈਸਾ ਬਹੁਤ ਘੱਟ ਜਾਂਦਾ ਸੀ ਤੇ ਕੰਜ਼ਿਊਮਰ ਦੀ ਬਹੁਤ ਜ਼ਿਆਦਾ ਲੁੱਟ ਹੁੰਦੀ ਸੀ। ਠੀਕ ਹੈ। ਇਹ ਰੇਤੇ ਦੀ ਇੱਕ ਤਰ੍ਹਾਂ ਨਾਲ ਉਹ ਪਹਿਲੀ ਤੇ ਦੂਸਰੇ ਹੋਣ ਦੇ ਹਿਸਾਬ ਨਾਲ ਵੀ ਜਿਹੜਾ ਕੰਜ਼ਿਊਮਰ ਹੈ, ਅਲਟੀਮੇਟ ਕੰਜ਼ਿਊਮਰ ਹੈ, ਜਿਸ ਤਰ੍ਹਾਂ ਹੁਣੇ ਤੁਸੀਂ ਦੱਸ ਰਹੇ ਸੀਗੇ ਕਿ ਉਹ ਆਪਣਾ ਜੇ ਕਿਸੇ ਨੇ ਮਕਾਨ ਬਣਾਉਣਾ ਤਾਂ ਉਹਦਾ ਕਿੱਦਾਂ ਸਰੇਗਾ, ਜਿਸ ਤਰ੍ਹਾਂ ਪਹਿਲਾਂ ਸਰਦਾ ਸੀ ਗੌਰਵ ਜੀ। ਮਕਾਨ ਬਣਾਉਣ ਲਈ ਨਿਰਧਾਰਤ ਜਿਹੜੀ ਆ ਸੀਮਤ ਸਾਧਨਾਂ ਦੀ ਲੋੜ ਪੈਂਦੀ ਆ। ਮਕਾਨ ਬਣੀਏ ਤਾਂ ਨਾਲ ਨਾਲ ਰੇਤਾ ਹੁੰਦਾ। ਜੇ ਕਿਸੇ ਕੋਲ ਆਪਣੀ ਟਰਾਲੀ ਹੈਗੀ ਆ, ਉਹ ਇੱਕ ਟਰਾਲੀ ਲੈ ਆਉਂਦਾ, ਜਾਨੂੰ ਦੂਸਰੀ ਦੀ ਲੋੜ ਪੈਂਦੀ ਹੈ ਤਾਂ ਉਹ ਇੱਕ ਟਰਾਲੀ ਹੋਰ ਲੈ ਆਉਂਦੀ। ਇਵਨ ਰੇੜਿਆਂ ਤੇ ਵੀ ਰੇਤਾ ਲਿਆ ਕੇ ਜਿਹਨੇ ਛੋਟਾ ਘਰ ਬਣਾਇਆ। ਮੈਂ ਥੋੜਾ ਜਿਹਾ ਹੋਰ ਕਲੈਰੀਫਾਈ ਕਰਵਾਵਾਂ, ਥੋੜਾ ਜਿਹਾ ਹੋਰ ਮੈਂ ਸਵਾਲ ਇਸ ਕਰਕੇ ਪੁੱਛ ਰਿਹਾ ਹਾਂ ਕਿ ਮਾਈਨਿੰਗ ਸਾਈਟ ਦੇ ਉੱਤੇ ਕੋਈ ਕ੍ਰੈਸ਼ਰ ਲੱਗਿਆ ਹੋਏਗਾ ਜਾਂ ਕੋਈ ਉੱਥੇ ਮਸ਼ੀਨ ਹੋਏਗੀ ਜਿਸ ਦੇ ਜ਼ਰੀਏ ਰੇਤਾ ਮੁਹੱਈਆ ਕਰਵਾਇਆ ਜਾਏਗਾ ਜਾਂ ਲੋਕਾਂ ਨੂੰ ਖੁਦ ਉੱਥੋਂ ਕੱਢਣਾ ਹੋਏਗਾ? ਜਿਹੜੀਆਂ ਖੱਡਾਂ 5.5 ਰੁਪਏ ਕਿਸ ਨੂੰ ਪੇ ਕਰਨੇ? ਜਿਹੜੀਆਂ ਖੱਡਾਂ ਲੋਕਾਂ ਦੇ ਸਪੁਰਦ ਕੀਤੀਆਂ ਜਾਣਗੀਆਂ ਮਾਈਨਿੰਗ ਦੇ ਬਾਰੇ, ਮੁੱਖ ਮੰਤਰੀ ਸਾਹਿਬ ਇਹ ਪਹਿਲੀ ਖੱਡ ਦਾ ਉਦਘਾਟਨ ਕਰਨਗੇ ਔਰ ਐਲਾਨ ਕਰਨਗੇ। ਬਾਕੀ ਖੱਡਾਂ ਦਾ ਵੀ ਘੱਟੋ ਘੱਟ 50 ਸਥਾਨਾਂ ਤੇ ਫਰਦਰ ਟਾਈਮਿੰਗ ਲੋੜ ਪਈ ਤਾਂ ਵਧਾਵਾਂਗੇ ਵੀ। ਉਹਨਾਂ ਖੱਡਾਂ ਦੇ ਵਿੱਚ ਕੋਈ ਕ੍ਰਸ਼ਰ ਨਹੀਂ ਕੰਮ ਕਰੇਗਾ, ਕੋਈ ਸਫਿਸਟੀਕੇਟਡ, ਜਿਸ ਤਰ੍ਹਾਂ ਹੁਣ ਤਾਂ ਇਹ ਆ ਵੀ ਜਿੰਨੀ ਡੂੰਘਾਈ ਤੱਕ ਜਾਣਾ ਹੁੰਦਾ, ਇੰਨੀਆਂ ਸਫਿਸਟੀਕੇਟਡ ਮਸ਼ੀਨਾਂ ਹੈਗੀਆਂ ਆ, ਉਹ ਪਾਣੀ ਦੇ ਵਿੱਚੋਂ ਵੀ ਰੇਤਾ ਸਾਕ ਕਰਕੇ ਬਹੁਤ ਡੂੰਘੇ ਤੱਕ ਲੈ ਜਾਂਦੇ ਆ। ਇੱਥੇ ਸਿੰਪਲ ਜਿਹੜੀ ਆ ਲਦਾਈ ਹੋਏਗੀ, ਸਿੰਪਲ ਢੋਆਈ ਹੋਏਗੀ। ਮੁੱਖ ਤੌਰ ਤੇ ਜਿਹੜਾ ਕੰਜ਼ਿਊਮਰ ਹੈ ਉਹ ਆਪਣੇ ਸਾਧਨਾਂ ਨਾਲ ਹੀ ਲੋਡ ਕਰੇਗਾ, ਕੋਈ ਉਹਦਾ ਵਪਾਰ ਨਹੀਂ ਕਰੇਗਾ। ਜਿਹੜੇ ਵਪਾਰੀ ਨੇ ਜਾਂ ਕ੍ਰਸ਼ਰ ਨੇ ਜਾਂ ਮਾਈਨਿੰਗ ਦਾ ਵੱਡੇ ਪੱਧਰ ਤੇ ਵਪਾਰ ਕਰਨ ਵਾਲੇ ਨੇ, ਉਹ ਇਸ ਵਿੱਚ ਸ਼ਾਮਲ ਨਹੀਂ ਹੋਣਗੇ ਇਹਨਾਂ ਖੱਡਾਂ ਦੇ ਵਿੱਚ। ਇਹ ਖੱਡਾਂ ਕੰਜ਼ਿਊਮਰਸ ਵਾਸਤੇ ਹੋਣਗੀਆਂ। ਮਤਲਬ ਮੈਂ ਪੁਰਾਣੇ ਸਿਸਟਮ ਦਾ ਜ਼ਿਕਰ ਕਰਾਂ, ਆਪਾਂ ਜ਼ਿਕਰ ਪਰਿਵਾਰਾਂ 'ਚ ਵੀ ਹੁੰਦਾ ਰਿਹਾ ਕਿ ਲੋਕ ਆਪਣਾ ਰੇੜਾ ਲੈ ਜਾਂਦੇ ਸੀ ਨਾਲ ਪੀਪੇ ਤੇ ਉੱਥੋਂ ਭਰ ਕੇ ਰੇਤ ਲੈ ਆਂਦੀ, ਉਹੀ ਸਿਸਟਮ ਤੁਸੀਂ ਮੇਰਾ ਮਤਲਬ ਨਹੀਂ 5.5 ਰੁਪਏ ਉਹਦੇ ਲੱਗਣਗੇ। 5.5 ਜਾਨਣਾ ਚਾਹ ਰਿਹਾ ਕਿਸ ਨੂੰ ਪੇ ਆਲਮੋਸਟ ਉਹੀ। ਜਿਸ ਤਰ੍ਹਾਂ ਮੇਰੇ ਕੋਲ ਟਰਾਲੀ ਹੈਗੀ ਆ, ਤੁਹਾਡੇ ਕੋਲ ਕੋਈ ਮਤਲਬ ਵੱਡੀ ਟਰਾਲੀ ਆ ਜਾਂ ਮੇਰੇ ਕੋਲ ਰੇੜਾ ਆ, ਤੁਹਾਡੇ ਕੋਲ ਟਰਾਲੀ ਆ, ਮੈਂ ਤੁਹਾਡੀ ਟਰਾਲੀ ਵੀ ਲਿਜਾ ਸਕਦਾ ਹਾਂ। ਪਹਿਲਾਂ ਵੀ ਲੋਕ ਇੱਕ ਦੂਜੇ ਦਾ ਇਸ ਤਰ੍ਹਾਂ ਸਹਿਯੋਗ ਕਰਦੇ ਰਹੇ ਆ, ਲੇਕਿਨ ਇਹ ਇੱਕ ਨਵੀਂ ਚੀਜ਼ ਹੈ। ਇਹ ਇੱਕ ਕੰਜ਼ਿਊਮਰ ਸਾਈਟਸ ਜਿਹੜੀਆਂ ਇਮੀਡੀਏਟ ਕੰਜ਼ਿਊਮਰ ਨੇ, ਜਿਨ੍ਹਾਂ ਨੇ ਲਿਜਾ ਕੇ ਅੱਗੇ ਸਟਾਕ ਕਰਕੇ ਮਾਰਕੀਟ ਨੂੰ ਪ੍ਰਭਾਵਿਤ ਕਰਕੇ ਵੇਚਣਾ ਨਹੀਂ ਹੈਗਾ। ਉਹ ਹੋਲਸੇਲਰ ਨਹੀਂ ਹੈਗੇ ਜਾਂ ਉਹਨਾਂ ਨੇ ਠੇਕਾ ਲੈ ਕੇ ਵਪਾਰ ਨਹੀਂ ਕਰ ਰਹੇ ਉਹਦਾ, ਉਹ ਅਲੱਗ ਚੀਜ਼ ਹੈ। ਇਹ ਸਿਰਫ ਕੰਜ਼ਿਊਮਰਸ ਵਾਸਤੇ ਆ ਜਿਨ੍ਹਾਂ ਨੇ ਆਪਣੀ ਵਰਤੋਂ ਲਈ ਵਰਤਣਾ ਤੇ ਉਹਦੇ ਨਾਲ ਐਡੀਸ਼ਨਲ ਸਰਕਾਰ ਇਸ ਗੱਲ ਨੂੰ ਇਨਫੋਰਸ ਕਰੇਗੀ ਕਿ ਵਿੱਚ ਬਲੈਕ ਮਾਰਕੀਟਿੰਗ ਵਾਲੇ ਜਾਂ ਸਟੋਰ ਕਰਕੇ ਅੱਗੇ ਵੇਚਣ ਵਾਲੇ
ਉਹ ਨਾ ਆਉਣ ਔਰ ਸਰਕਾਰੀ ਅਧਿਕਾਰੀ ਇਸ ਗੱਲ ਦੀ ਨਿਗਰਾਨੀ ਰੱਖਣਗੇ। ਠੀਕ ਹੈ। ਇਸ ਤੋਂ ਐਡੀਸ਼ਨ ਪ੍ਰਾਈਸ ਕੰਟਰੋਲ ਕਰ ਲਈ ਡਿਪਟੀ ਸੁਣਨ ਨੂੰ ਬਹੁਤ ਵਧੀਆ ਸੰਘੇੜਾ ਸਾਹਿਬ ਲੱਗ ਰਿਹਾ, ਪਰ ਇੰਪਲੀਮੈਂਟ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਲੋਕਾਂ ਨੂੰ ਕਿੰਨਾ ਸਿੱਧੇ ਤੌਰ ਦੇ ਉੱਤੇ ਇਸ ਦਾ ਫਾਇਦਾ ਹੁੰਦਾ। ਹਾਂ, ਅਸੀਂ ਕਰਾਂਗੇ। ਮੈਂ ਉਹੀ ਜਾਣਨਾ ਚਾਹ ਰਿਹਾ ਕਿ 5.5 ਰੁਪਏ ਦੇਣੇ ਕਿਸ ਨੂੰ? ਉੱਥੇ ਕੋਈ ਅਧਿਕਾਰੀ ਮੌਜੂਦ ਹੋਏਗਾ ਕਿ ਜਿਸ ਨੂੰ ਜਾ ਕੇ ਅਸੀਂ ਕਹੀਏ ਕਿ ਸਾਨੂੰ 200 ਫੁੱਟ ਰੇਤਾ ਚਾਹੀਦਾ, ਉਸ ਨੂੰ ਦਈਏ ਅਸੀਂ ਜਿੰਨਾ ਵੀ ਬਣਦਾ 1000 ਰੁਪਏ ਦੇ ਕਰੀਬ, ਉਹ ਸਾਨੂੰ ਕਹੇਗਾ ਕਿ ਠੀਕ ਹੈ ਬਕਾਇਦਾ ਰਸੀਦ ਦੇਣਗੇ, ਉਹ ਮੌਕੇ ਤੇ ਅਧਿਕਾਰੀ ਹੋਣਗੇ, ਮਤਲਬ ਉਹਦਾ ਕੋਈ ਸਿਸਟਮ ਬਣ ਰਿਹਾ ਆ, ਸਾਰਾ ਕੁਝ ਇਨਫੋਰਸਮੈਂਟ ਹੋਏਗੀ, ਪੂਰਾ ਪਲਾਨਿੰਗ ਹੈ ਇਹਦੇ ਬਾਰੇ। ਠੀਕ ਹੈ, ਮੈਂ ਕਾਂਗਰਸ ਦਾ ਰੁਖ ਕਰਦਾ, ਸਾਡੇ ਨਾਲ ਸੁਖਦੇਵ ਜੀ ਜੁੜੇ ਹੋਏ ਨੇ। ਕਾਂਗਰਸ ਜੀ, ਤੁਸੀਂ ਸੁਖਦੇਵ ਜੀ ਤੁਸੀਂ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਜ਼ਿਕਰ ਕਰੋਗੇ ਅਸੀਂ ਇਹ ਐਲਾਨ ਕੀਤਾ ਸੀ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਲਾਗੂ ਨਹੀਂ ਹੋ ਪਾਇਆ ਤੇ ਅਸੀਂ ਹੁਣ ਲਾਗੂ ਉਸ ਨੂੰ ਕਰ ਰਹੇ ਹਾਂ ਸਿੱਧੇ ਲੋਕਾਂ ਦੇ ਲਈ, ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ, ਸਸਤਾ ਰੇਟ ਉਹਨਾਂ ਨੂੰ ਮਿਲੇ। ਦੇਖੋ ਗੌਰਵ ਜੀ, ਇਹ ਗੱਲ ਤਾਂ ਇਨਸਾਫ ਵਾਲੀ ਨਹੀਂ ਹੈ। ਜੇ ਤੁਸੀਂ ਵੀ ਕਹਿ ਰਹੇ ਹੋ ਵੀ ਉਹ ਲਾਗੂ ਨਹੀਂ ਹੋਇਆ, ਬਿਲਕੁਲ ਲਾਗੂ ਸੀ। 5.5 ਰੁਪਏ ਮੈਂ ਨਹੀਂ ਕਹਿ ਰਿਹਾ ਸਰ, ਮੈਂ ਉਹਨਾਂ ਦੇ ਬਿਆਨ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ। ਚਲੋ ਉਹ ਤਾਂ ਉਹਨਾਂ ਨੇ ਤਾਂ ਬਹੁਤ ਕੁਝ ਕਹਿਣਾ ਹੈਗਾ, ਉਹਨਾਂ ਨੂੰ ਛੱਡੋ। ਠੀਕ ਹੈ, ਦੇਖੋ 5.5 ਰੁਪਏ ਇਹ ਉਹ ਗੱਲ ਤੇ ਮੋਹਰ ਲੱਗੀ ਜਿਹੜੀ ਕਾਂਗਰਸ ਗਵਰਨਮੈਂਟ ਕਰਕੇ ਗਈ ਸੀ ਵੀ ਰੇਤਾ ਮੁਹੱਈਆ ਕਰਾਇਆ ਜਾ ਸਕਦਾ ਹੈ, ਜਿਹਨੂੰ ਕਿ ਬਾਅਦ ਚ ਇਹਨਾਂ ਨੇ ਆ ਕੇ ਲੱਦਿਆ ਸੀ। ਅੱਜ ਤੋਂ 5.5 ਰੁਪਏ ਦੇ ਅਸੀਂ ਉੱਥੇ ਰੇਤਾ ਦਿੰਦੇ ਰਹੇ ਹਾਂ ਖੱਡ ਤੋਂ, ਔਰ ਉਹਦੇ ਵਿੱਚ ਵੀ ਇਹੀ ਸੀ ਵੀ ਬੰਦਾ ਆਪਦਾ ਵਾਹਨ ਲਿਆਵੇ, ਜੇ ਉੱਥੋਂ ਲੈਣਾ ਹਾਂ ਉੱਥੋਂ ਇਹ ਜ਼ਰੂਰ ਹੈ ਵੀ ਟਿੱਪਰ ਮਿਲਦਾ ਸੀ, ਉਹ ਉਹਦੇ ਪੇ ਕਰਨੇ ਪੈਂਦੇ ਸੀ ਉਹਨੂੰ ਪੈਸੇ, ਨਹੀਂ ਜੋ ਆਪਦਾ ਲਿਆਉਂਦਾ ਸੀ ਤਾਂ ਆਪਦੇ ਚ ਲੈ ਜਾਵੇ। ਇਹ ਆਲਰੇਡੀ ਲਾਗੂ ਰਿਹਾ, ਚੱਲਦਾ ਰਿਹਾ, ਪਰ ਇਹ ਇਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਹੁਣ ਦੇਖੋ ਅੱਜ 5.5 ਰੁਪਏ ਦੇ ਰੇਟ ਦੀ ਗੱਲ ਕਰਤੀ, ਅੱਜ ਤੋਂ 2 ਮਹੀਨੇ ਪਹਿਲਾਂ ਆਪਾਂ ਇਸੇ ਚੈਨਲ ਤੇ ਬੈਠ ਕੇ ਪ੍ਰੋਗਰਾਮ ਕੀਤਾ ਸੀ, 28.5 ਰੁਪਏ ਦਾ ਜੀ ਅਸੀਂ ਡਿਪੂ ਬਣਾਤੇ, ਮੋਹਾਲੀ ਡਿਪੂ ਦਾ ਉਦਘਾਟਨ ਕਰਤਾ। ਉਹ ਇਹ ਚ ਫਰਕ ਇੰਨਾ ਕੁ ਜ਼ਰੂਰ ਆ ਗਿਆ। ਉਸ ਟਾਈਮ ਪ੍ਰੈਸ ਕਾਨਫਰੰਸ ਕਿਸੇ ਹੋਰ ਮੰਤਰੀ ਨੇ ਕੀਤੀ ਸੀ, ਅੱਜ ਪ੍ਰੈਸ ਕਾਨਫਰੰਸ ਕਿਸੇ ਹੋਰ ਮੰਤਰੀ ਨੇ ਕੀਤੀ ਹੈ। ਉਸ ਟਾਈਮ ਇਹ ਕਹਿੰਦੇ ਸੀ ਵੀ ਮੋਹਾਲੀ ਦੇ ਵਿੱਚ ਅਸੀਂ ਇੱਕ ਡਿਪੂ ਬਣਾਦਾ, ਸਾਰੇ ਜ਼ਿਲ੍ਹਿਆਂ 'ਚ ਡਿਪੂ ਬਣਨਗੇ, 28.5 ਰੁਪਏ ਕਿਊਬਿਕ ਫੀਟ ਦੇਵਾਂਗੇ। ਪਰ ਜਦੋਂ ਹਾਹਾਕਾਰ ਮੱਚੀ ਸਾਰੇ ਪੰਜਾਬ 'ਚ ਰੌਲਾ ਪਿਆ ਤਾਂ ਇਹਨਾਂ ਨੇ ਆ ਕੇ ਅੱਜ ਫਿਰ 5.5 ਰੁਪਏ ਜੋ ਅਸੀਂ ਕਰਕੇ ਗਏ ਸੀ ਉਹ ਤੇ ਇਹਨਾਂ ਨੂੰ ਮੋਹਰ ਲਾਉਣੀ ਪੈ ਗਈ। ਅਗਲੀ ਗੱਲ, ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਇਹ ਮਾਫੀਆ ਦੀ, ਤਾਂ ਅੱਜ ਪ੍ਰੂਵ ਹੋ ਗਿਆ ਵੀ ਸਭ ਤੋਂ ਵੱਡਾ ਮਾਫੀਆ ਇਹ ਨੇ। ਜਦੋਂ ਭਲਾਣ ਪਿੰਡ ਦੇ ਵਿੱਚ ਐਜੀਟੇਸ਼ਨ ਚੱਲਦੀ ਸੀ, ਇਹ ਧਰਨੇ ਤੇ ਬਹਿੰਦੇ ਸੀ ਜਾ ਕੇ ਨਾਲ ਆਪਣੀ ਗੈਰ ਜਿਹੜੀ ਮਾਈਨਿੰਗ ਦੇ ਖਿਲਾਫ, ਜਿਹੜੀ ਆਪਣੀ ਇਲੀਗਲ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਇਹਨਾਂ ਦਾ ਰਾਜ ਭਾਗ ਆਇਆ, ਇਹਨਾਂ ਦੇ ਮੰਤਰੀ ਉੱਥੋਂ ਦਾ ਭਲਾਣ ਪਿੰਡ ਜਿਹੜਾ ਨੰਗਲ ਦੇ ਨਾਲ ਪੈਂਦਾ ਮੰਤਰੀ ਸੀ, ਉਹਨੇ ਹੀ ਪਰਚੇ ਕਰਾਏ ਫਿਰ ਉਹੀ ਬੰਦਿਆਂ ਦੇ ਉੱਤੇ। ਪਹਿਲਾਂ ਉਹਨਾਂ ਦੇ ਧਰਨਿਆਂ 'ਚ ਰਹਿੰਦੇ ਰਹੇ, ਫਿਰ ਉਹਨਾਂ ਦੇ ਪਰਚੇ ਕਰਾਏ। ਅੱਜ ਵੀ ਉਹ ਬੰਦੇ ਵਿਚਾਰੇ ਹਾਈ ਕੋਰਟਾਂ 'ਚ ਧੱਕੇ ਖਾਂਦੇ ਫਿਰਦੇ ਨੇ ਆਪਦੀਆਂ ਜ਼ਮਾਨਤਾਂ ਕਰਾਉਣ ਵਾਸਤੇ। ਇਹ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਜਿਹੜੇ ਗੱਲ ਤੁਸੀਂ ਮੈਨੂੰ ਪੂਰੀ ਕਰ ਲੈਣ ਦਿਓ। ਸੰਘੇੜਾ ਸਾਹਿਬ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ, ਬੰਦੇ ਦਾ ਟਾਈਮ ਮਿਲ ਗਿਆ ਸੰਘੇੜਾ ਸਾਹਿਬ ਨੂੰ, ਜਿਹੜੀਆਂ ਗੱਲਾਂ ਕਰ ਰਹੇ ਨੇ ਨਾ ਇਹ ਠੀਕ ਨਹੀਂ ਹੈਗੀਆਂ। ਇਹ ਇਹਨਾਂ ਦੀ ਹਰ ਵੇਲੇ ਤੇ ਹਰ ਸਮੇਂ ਦੇ ਉੱਤੇ ਗੱਲ ਵੱਖਰੀ ਹੁੰਦੀ ਹੈ। ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 30,000 ਕਰੋੜ ਰੁਪਏ ਆਇਆ ਕਰੂਗਾ ਔਰ ਪੰਜਾਬ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਅੱਜ ਡੀਜ਼ਲ ਤੇ ਪੈਟਰੋਲ ਤੇ 90 ਪੈਸੇ ਸੈਸ ਲਾ ਕੇ ਇਹਨਾਂ ਨੂੰ ਕੀ ਲੋੜ ਪੈ ਗਈ ਕਹਿੰਦੇ ਖਜ਼ਾਨਾ ਭਰਨ ਦੀ? ਇਹ ਮਾਈਨਿੰਗ ਦੇ 1 ਸਾਲ ਹੋ ਗਿਆ, ਜੇ 30,000 ਦੀ ਤਾਂ 20,000 ਕਰੋੜ ਤਾਂ ਆ ਹੀ ਗਿਆ ਹੋਊਗਾ ਨਾ। 11 ਮਹੀਨੇ ਹੋ ਗਏ, ਆਪਾਂ 30 ਨਹੀਂ ਲਾ ਲਿਆ, 25 ਕਰੋੜ 25,000 ਕਰੋੜ 20,000 ਕਰੋੜ ਕੁਛ ਤਾਂ ਆਇਆ ਹੀ ਹੋਊਗਾ। ਇਸ ਕਰਕੇ ਠੀਕ ਹੈ, ਚਲੋ ਆਪਾਂ ਜਵਾਬ ਲੈ ਲਵਾਂ। ਮੈਂ ਬਲਟੋਹਾ ਜੀ ਔਰ ਸੋਈ ਸਾਹਿਬ ਦਾ ਰੁਖ ਕਰਨਾ। ਮੈਂ ਤੁਹਾਡਾ ਪੁਆਇੰਟ, ਮੈਂ ਬਸ ਇੱਕ ਪੁਆਇੰਟ ਇੱਥੇ ਜ਼ਰੂਰ ਕਹਿ ਦਵਾਂ ਕਿ ਫਰਕ ਇਹ ਨਜ਼ਰ ਆ ਰਿਹਾ ਹੈ ਕਿ ਉਸ ਸਮੇਂ ਸ਼ਾਇਦ ਸੀਐਮ ਨੇ ਜਾ ਕੇ ਉਸ ਪੂਰੀ ਪ੍ਰਕਿਰਿਆ ਦਾ ਆਗਾਜ਼ ਨਹੀਂ ਕੀਤਾ, ਇਫ ਆਈ ਐਮ ਨਾਟ ਰੋਂਗ। ਸੁਖਦੇਵ ਜੀ ਬਿਲਕੁਲ ਠੀਕ ਆ, ਅਦਾਕਾਰਤਨ ਕਰਨ ਦੀ ਆਦਤ ਨਹੀਂ ਸੀ ਸਾਨੂੰ ਉਦਾਂ ਨਹੀਂ ਕੱਲੀ ਇਹ ਕੋਈ ਆਦਤ ਦੀ ਗੱਲ ਨਹੀਂ ਹੈ। ਸੀਐਮ ਸਾਹਿਬ ਦੇ ਆਪਣੇ ਏਰੀਏ ਦੇ ਵਿੱਚ ਧੜੱਲੇ ਨਾਲ ਮਾਈਨਿੰਗ ਮਾਫੀਆ ਕਾਰੋਬਾਰ ਕਰਦਾ ਰਿਹਾ। ਉਹਨਾਂ ਦੇ ਭਤੀਜੇ ਤੋਂ ਜਿਹੜੇ 10 ਕਰੋੜ ਰੁਪਏ ਫੜ ਹੋਏ ਆ, ਉਹ ਬਦਲੀਆਂ ਪੈਸੇ ਲੈ ਕੇ ਕਰਨ ਦੇ ਤੇ ਸੈਂਡ ਮਾਈਨਿੰਗ ਦੇ ਸੀਗੇ, ਉਹ ਤਾਂ ਇੱਕ ਅੱਡੇ ਤੋਂ ਫੜ ਹੋਏ ਆ। ਤੁਸੀਂ ਐਵੇਂ ਇੱਕ ਸੁਖਦੇਵ ਜੀ ਇੱਕ ਖੱਡ ਦੱਸ ਦੇਣ, ਕਿਤੇ ਵੀ ਨਹੀਂ ਲਾਗੂ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਹਨਾਂ ਨੇ। ਮੈਂ ਕਿਸੇ ਨੇ ਵੀ ਨਹੀਂ ਕੀਤੀ। ਡੀਸਿਲਟਿੰਗ ਦੇ ਨਾਮ ਤੇ ਤੁਸੀਂ ਠੱਗੀ ਮਾਰੀ ਹੈ। ਡੀਸਿਲਟਿੰਗ ਦਾ ਮਤਲਬ ਪਤਾ ਤੁਹਾਨੂੰ? ਡੀਸਿਲਟਿੰਗ ਹੁੰਦੀ ਹੈ, ਡੀਸਿਲਟਿੰਗ ਕਰਕੇ ਲੋਕਾਂ ਨੂੰ ਸਮਝ ਆਏਗਾ। ਸੁਖਦੇਵ ਜੀ ਥੋੜਾ ਹੋਲਡ ਕਰ ਲਓ, ਤੁਸੀਂ ਖੱਡ ਦਾ ਨਾਮ ਲੈ ਰਹੇ ਹੋ, ਤੁਸੀਂ ਵੇਚਣ ਲੱਗ ਗਏ, ਥੋੜਾ ਹਾਈ ਕੋਰਟ ਨੇ ਰੋਕਿਆ ਗਿਆ। ਤੁਸੀਂ ਆਪਣੇ ਮੈਂ ਤੁਹਾਡੇ ਕੋਲ ਆਉਂਗਾ, ਤੁਸੀਂ ਜਵਾਬ ਦਿਓ। ਤੁਸੀਂ ਹਾਈ ਕੋਰਟ ਨੇ ਰੋਕਿਆ ਗਿਆ ਤੁਹਾਨੂੰ, ਤੁਸੀਂ ਤਾਂ ਡੀਸਿਲਟਿੰਗ ਵਾਲੀ ਰੇਤਾ ਵੀ ਵੇਚਣ ਲੱਗ ਗਏ ਸੀ। ਲੋਕਾਂ ਨੂੰ ਗੱਲ ਕਰਕੇ ਬੋਲੀਏ ਪਲੀਜ਼, ਆਪਣੀ ਗੱਲ ਲੋਕਾਂ ਤੱਕ ਪਹੁੰਚੇ। ਚੰਨੀ ਸਾਹਿਬ ਜਿਨ੍ਹਾਂ ਦੇ ਛਤਰ ਛਾਇਆ ਥੱਲੇ ਇਹ ਮਾਈਨਿੰਗ ਮਾਫੀਆ ਕਾਰੋਬਾਰ ਕਰਦਾ ਰਿਹਾ, ਤੁਸੀਂ ਉਹਨਾਂ ਨੂੰ ਸਾਡੇ ਪੰਜਾਬ ਦੇ
ਇਮਾਨਦਾਰ ਮੁੱਖ ਮੰਤਰੀ ਨਾਲ ਕੰਪੇਅਰ ਕਰਦੇ ਹੋ। ਉਹ ਕਹਿੰਦੇ ਪਾਲਿਸੀ ਮੈਂ ਸਾਡੀ ਕਹਿੰਦਾ ਹੈ, ਤੁਸੀਂ ਪਾਲਿਸੀ ਸਾਡੀ ਹੈ। ਡੀਸਿਲਟਿੰਗ ਦੇ ਨਾਂ ਤੇ ਤੁਹਾਨੂੰ ਹਾਈ ਕੋਰਟ ਵਿੱਚ ਪਾਲਿਸੀ ਸਾਡੀ ਹੈ, ਅਸੀਂ ਕਿਹਾ ਤੁਸੀਂ ਦੱਸੋ ਤੁਹਾਨੂੰ ਡੀਸਿਲਟਿੰਗ ਤੇ ਜਿਹੜੀ ਡੀਸਿਲਟਿੰਗ ਦਾ ਮਤਲਬ ਹੀ ਇਹ ਹੈ ਵੀ ਡੀਸਿਲਟ ਕਰੋ ਤੇ ਕੰਢਿਆਂ ਨੂੰ ਪੱਕੇ ਕਰੋ, ਦਰਿਆਵਾਂ ਨੂੰ। ਤੁਸੀਂ ਦਰਿਆ ਦੇ ਕੰਢੇ ਪੱਕੇ ਨਹੀਂ ਕਰ ਲਾਗੇ, ਆਪਦੇ ਘਰ ਪੱਕੇ ਕਰਨ ਲੱਗੇ। ਥੋੜਾ ਜਿਹਾ ਵੇਟ ਕਰੋ ਸੰਗੇੜਾ ਸਾਹਿਬ, ਗੱਲੇ ਲਾਏ ਵਿੱਚ ਤੁਸੀਂ ਥੋੜਾ ਜਿਹਾ ਵੇਟ ਕਰੋ ਸੰਗੇੜਾ ਸਾਹਿਬ। ਮੁੱਖ ਮੰਤਰੀ ਸਾਹਿਬ ਜਿਹੜੇ ਸੀਗੇ, ਜਿੱਥੇ ਖੱਡਾਂ ਦਾ ਜਿਹੜਾ ਮਾਫੀਆ ਦਿਖਾਇਆ ਸੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ, ਚੰਨੀ ਸਾਹਿਬ ਉੱਥੇ ਗੇੜਾ ਦੇ ਕੇ ਆਏ ਉਹਨਾਂ ਨੂੰ ਸਹੀ ਕਰਨ ਲਈ। ਇੱਥੇ ਤਾਂ ਕੁਝ ਵੀ ਨਹੀਂ ਹੈ, ਕੋਈ ਮਾਫੀਆ ਨਹੀਂ ਹੈ। ਉਦੋਂ ਬਾਅਦ ਬਤੌਰ ਮੁੱਖ ਮੰਤਰੀ ਕਿਸਾਨ ਯੂਨੀਅਨ ਨੇ ਧਰਨਾ ਮਾਰਿਆ। ਮੇਰੀ ਵਾਰੀ ਹੈ ਜਿਹੜੀ ਸੁਖਦੇਵ ਜੀ, ਮੇਰੀ ਵਾਰੀ ਹੈ ਯਾਰ। ਰਗੜ ਚੱਟਾ ਗਿਆ ਸੀ। ਵੇਟ ਕਰੋ ਸਾਰੇ ਨੂੰ ਐਡ ਕਰ ਲਈਏ, ਫਿਰ ਡਿਬੇਟ ਇਸ ਤਰੀਕੇ ਨਾਲ ਹੋ ਨਹੀਂ ਪਾਏਗੀ। ਕੋਈ ਗੱਲ ਥੋੜੀ ਆ। ਠੀਕ ਹੈ, ਤੁਸੀਂ ਥੋੜਾ ਵੇਟ ਕਰੋ। ਹਾਂ, ਇੱਕ ਇੱਕ ਕਰਕੇ ਬੋਲੋ। ਤੁਸੀਂ ਬਦਨਾਮ ਹੋ ਗਏ ਖੱਡਾਂ ਕਰਕੇ ਹੀ। ਸੰਗੇੜਾ ਸਾਹਿਬ ਔਰ ਸੁਖਦੇਵ ਜੀ ਥੋੜਾ ਜਿਹਾ ਵੇਟ ਕਰੋ ਪਲੀਜ਼। ਮੈਂ ਦੋਵਾਂ ਨੂੰ ਰਿਕੁਐਸਟ ਕਰ ਰਿਹਾ, ਆਪਾਂ ਬਾਕੀ ਮਹਿਮਾਨਾਂ ਨੂੰ ਜੋੜੀਏ, ਫਿਰ ਚਰਚਾ ਨਹੀਂ ਹੋ ਪਾਉਂਦੀ ਸਰ ਇਸ ਤਰੀਕੇ ਨਾਲ। ਦੋਵਾਂ ਹੀ ਥਾਵਾਂ ਤੋਂ ਜ਼ਮਾਨਤਾਂ ਜ਼ਬਤ ਮੁੱਖ ਮੰਤਰੀ ਦੀ ਇਸੇ ਕਰਕੇ ਮੈਂ ਇਸੇ ਕਰਕੇ ਕਹਿ ਰਿਹਾ ਕਿ ਆਪਾਂ ਮੁੱਖ ਮੰਤਰੀ ਦੇ ਬਿਆਨਾਂ ਦੇ ਉੱਤੇ ਨਾ ਉਲਝ ਜਾਈਏ, ਲੋਕਾਂ ਨੂੰ ਫਾਇਦਾ ਹੋਏਗਾ ਕਿ ਨਹੀਂ ਉਸ ਦੇ ਉੱਤੇ ਰਹੀਏ। ਸੰਗੇੜਾ ਸਾਹਿਬ ਮੈਂ ਰਿਕੁਐਸਟ ਕਰ ਰਿਹਾ, ਸੁਖਦੇਵ ਜੀ ਮੈਂ ਰਿਕੁਐਸਟ ਕਰ ਰਿਹਾ, ਗੱਲ ਤਾਂ ਉਹ ਸਿੱਧੀ ਕਰੀਏ ਨਾ ਕਿ ਲੋਕਾਂ ਨੂੰ ਫਾਇਦਾ ਹੋਏਗਾ ਕਿ ਨਹੀਂ ਹੋਏਗਾ। 5.5 ਰੁਪਏ ਰੇਤਾ 'ਚ ਮਿਲੇਗਾ ਨਹੀਂ ਮਿਲੇਗਾ, ਲੋਕਾਂ ਨੂੰ ਸਿੱਧਾ ਪੁਆਇੰਟ ਇਹੀ ਹੈ, ਉਸ ਦੇ ਉੱਤੇ ਮੈਂ ਰਹਿਣਾ। ਮੈਂ ਪਲੀਜ਼ ਵਿਚਾਲੇ ਮੈਂ ਸੰਗੇੜਾ ਸਾਹਿਬ ਮੈਂ ਰਿਕੁਐਸਟ ਕਰ ਰਿਹਾ, ਇੱਕ ਵਾਰੀ ਰੁਕ ਜਾਓ। ਡਿਬੇਟ ਇਸ ਤਰੀਕੇ ਨਾਲ ਅੱਗੇ ਨਹੀਂ ਵੱਧ ਪਾਏਗੀ ਜੇਕਰ ਦੋਵੇਂ ਬੋਲਦੇ ਰਵਾਂਗੇ। ਮੈਂ ਸਿੰਪਲ ਦੱਸ ਰਿਹਾ ਕਿ ਅਸੀਂ ਪਰਚੂਨ ਦਾ ਕੰਮ ਸਿੱਧਾ ਕਰਤਾ ਵੀ 5.5 ਰੁਪਏ ਕੰਜ਼ਿਊਮਰ ਨੂੰ ਮਿਲੇਗੀ। ਇਹਨਾਂ ਨੂੰ ਕਾਂਗਰਸ ਨੂੰ ਕੀ ਤਕਲੀਫ ਹੈ? ਆਪੋ ਆਪਣੇ ਤਰਕ ਹੈ। ਮੈਂ ਤਾਂ ਹੈਰਾਨ ਹੈ, ਤੁਸੀਂ ਆਪਣਾ ਦਾਅਵਾ ਕਰ ਰਹੇ ਹੋ, ਉਹਨਾਂ ਦੇ ਆਪਣੇ ਇਲਜ਼ਾਮ ਨੇ। ਹਰ ਕਿਸੇ ਨੂੰ ਬੋਲਣ ਦਾ ਹੱਕ ਹੈ। ਥੋੜਾ ਜਿਹਾ ਵੇਟ ਕਰੋ, ਮੈਂ ਬਲਟੋਹਾ ਸਾਹਿਬ ਦਾ ਰੁਕ ਕਰਦਾ। ਚਲੋ ਬਲਟੋਹਾ ਸਾਹਿਬ ਦਾ ਰੁਕ ਕਰਦਾ। ਮੈਂ ਥੋੜਾ ਜਿਹਾ ਵੇਟ ਕਰੋ ਸਰ, ਵੇਟ ਕਰੋ। ਸੁਖਦੇਵ ਜੀ ਵੇਟ ਕਰਿਓ ਥੋੜਾ ਜਿਹਾ, ਸਾਰੇ ਨੂੰ ਐਡ ਕਰੀਏ। ਥੋੜਾ ਜਿਹਾ ਮਾਹੌਲ ਵੀ ਜ਼ਿਆਦਾ ਗਰਮਾ ਗਿਆ, ਥੋੜਾ ਜਿਹਾ ਮਾਹੌਲ ਗਰਮਾ ਗਿਆ, ਇਸ ਕਰਕੇ ਜ਼ਰੂਰੀ ਹੈ ਕਿ ਆਪਾਂ ਸਾਰੇ ਨੂੰ ਐਡ ਵੀ ਕਰੀਏ। ਬਲਟੋਹਾ ਸਾਹਿਬ ਸਾਡੇ ਨਾਲ ਹੈਗੇ ਨੇ, ਆਪਣੇ ਕਾਂਗਰਸ ਪ੍ਰਧਾਨ ਕਹਿੰਦੇ ਸੀ ਵੀ ਮੈਨੂੰ ਦਿਖਾਓ ਜੇ ਮੈਂ 5.5 ਦਾ ਮਿਲਦਾ। ਠੀਕ ਹੈ, ਥੋੜਾ ਸੰਗੇੜਾ ਸਾਹਿਬ ਤੁਸੀਂ ਆਪਣੀ ਗੱਲ ਰੱਖਿਓ, ਬਹੁਤ ਟਾਈਮ ਤੁਹਾਨੂੰ ਵੀ ਦਿੱਤਾ ਹੈ। ਮੈਂ ਰਿਕੁਐਸਟ ਕਰੂੰਗਾ, ਬਲਟੋਹਾ ਸਾਹਿਬ ਸਾਡੇ ਨਾਲ ਜੁੜੇ ਨੇ ਔਰ ਮੇਰੇ ਮੁਤਾਬਿਕ ਸਾਰਿਆਂ ਤੋਂ ਸੀਨੀਅਰ ਵੀ ਹੈਗੇ ਨੇ ਉਮਰ ਦੇ ਵਿੱਚ ਵੀ, ਤੇ ਮੈਂ ਇੱਕ ਵਾਰ ਉਹਨਾਂ ਦਾ ਰੁਕ ਕਰਦਾ। ਤਾਂ ਮੈਂ ਪਲੀਜ਼ ਰਿਕੁਐਸਟ ਕਰੂੰਗਾ ਕਿ ਆਪਣੀ ਆਪਣੀ ਵਾਰੀ ਚ ਆਪਾਂ ਬੋਲੀਏ, ਨਾ ਟੋਕੀਏ ਇੱਕ ਦੂਜੇ ਨੂੰ। ਬਲਟੋਹਾ ਸਾਹਿਬ, ਸਰਕਾਰ ਦੇ ਦਾਅਵੇ 'ਚ ਦਮ ਨਜ਼ਰ ਆ ਰਿਹਾ। 5.5 ਰੁਪਏ ਰੇਤਾ ਖੱਡ ਤੇ ਮਿਲੇਗਾ, ਜਾਓ ਲੈ ਲਓ, ਕੋਈ ਪ੍ਰੋਬਲਮ ਨਹੀਂ ਕਿਸੇ ਨੂੰ, ਲੋਕਾਂ ਨੂੰ। ਗੌਰਵ, ਮੈਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰੂੰਗਾ ਕਿ ਜਿਸ ਕਿਸੇ ਨੇ ਵੀ ਸੱਜਣ ਨੇ ਆਪਣਾ ਪੱਖ ਰੱਖਣਾ ਹੈ ਉਹਨੂੰ ਟੋਕਿਆ ਨਾ ਜਾਵੇ। ਜਿਹਨੂੰ ਤੁਸੀਂ ਟਾਈਮ ਦਿੰਦੇ ਜੇ ਉਹੀ ਆਪਦੀ ਗੱਲ ਕਰੇ ਔਰ ਤੱਥਾਂ ਦੇ ਆਧਾਰਿਤ ਕਰੇ। ਦੇਖੋ, ਜਿਹੋ ਜਿਹੀਆਂ ਗੱਲਾਂ ਜਾਂ ਜਿਹੋ ਜਿਹੇ ਐਲਾਨ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਭਗਵੰਤ ਮਾਨ ਸਰਕਾਰ ਕਰਦੀ, ਚੰਗੇ ਬੜੇ ਲੱਗਦੇ ਆ, ਸੁਣਨ ਨੂੰ ਬੜੇ ਚੰਗੇ ਲੱਗਦੇ ਇਹ ਮੈਂ ਕਹਾਂ, ਪਰ ਅਜੇ ਤੱਕ 10.5 ਮਹੀਨਿਆਂ ਦਾ ਨਤੀਜਾ ਇਹ ਹੈ ਕਿ ਕੰਮ ਉਲਟਾ ਹੀ ਚੱਲਿਆ। ਇਹ ਐਲਾਨ ਕਰਦੇ ਆ ਕਿ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਇਹ ਕਦਮ ਚੁੱਕਿਆ ਤੇ ਪਏ ਲੋਕਾਂ ਦੇ ਉੱਤੇ ਬੋਝ ਜਾਂਦਾ। ਲੋਕ ਇੱਕ ਵਾਰ ਦੇਖਦੇ ਕਿ ਸ਼ਾਇਦ ਸਰਕਾਰ ਨੇ ਐਲਾਨ ਕਰਤਾ ਹੈ। ਹੁਣ ਤੁਸੀਂ ਦੇਖੋ, ਪਹਿਲਾਂ ਐਲਾਨ ਕੀਤਾ ਸੀਗਾ ਕਿ ਸਰਕਾਰੀ ਤੌਰ ਤੇ ਸਪਲਾਈ ਹੋਵੇਗੀ। ਇੱਥੋਂ ਤੱਕ ਕਿ ਸਰਕਾਰੀ ਜਿਹੜਾ ਰੇਤਾ ਦਾ ਖਰੀਦ ਕੇਂਦਰ ਸੀ ਉਹਦਾ ਉਦਘਾਟਨ ਵੀ ਮੰਤਰੀਆਂ ਨੇ ਜਾ ਕੇ ਕੀਤਾ। ਹੁਣ ਇਹ ਕਹਿੰਦੇ ਆ ਕਿ ਖੱਡ ਦੇ ਉੱਤੋਂ 5.5 ਰੁਪਏ ਫੁੱਟ ਜਿਹੜਾ ਆ ਉਹ ਲੋਕਾਂ ਨੂੰ ਮਿਲੇਗਾ, ਪਰ ਲੋਕ ਟਰਾਲੀਆਂ ਆਪਣੀਆਂ ਲੈ ਕੇ ਜਾਣ ਤੇ 7 ਜ਼ਿਲ੍ਹਿਆਂ 'ਚ 18 ਜਗ੍ਹਾ ਤੇ। ਇਹ ਹੁਣ ਪਤਾ ਨਹੀਂ ਕਿਹੜੀਆਂ 18 ਜਗ੍ਹਾ ਤੇ ਕਿਹੜੇ 7 ਜ਼ਿਲ੍ਹੇ ਆ। ਹਾਂਜੀ, ਤੇ ਹੁਣ ਜੇ ਮੰਨ ਲਓ ਕਿ ਜਿਸ ਜ਼ਿਲ੍ਹੇ 'ਚ ਨਹੀਂ ਪੈਦਾ ਹੁੰਦੀ, ਜੇ ਉਹਨੇ ਉੱਥੋਂ ਲਿਆਉਣੀ ਹੋਊਗੀ ਤੇ ਉਹਦਾ ਤੇਲ ਕਿੰਨਾ ਮਚੂ, ਉਹਦੀ ਲੇਬਰ ਕਿੰਨੀ ਲੱਗੂ, ਉਹਨੂੰ ਪਊ ਕਿੰਨੇ ਨੂੰ। ਹੁਣ ਗੱਲ ਤੇ ਉੱਥੇ ਆ ਗਈ ਪਹੁੰਚੋਂ ਕੇ। ਦੇਖੋ, ਰੇਤਾ ਉਹੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 10 ਤੋਂ 15 ਰੁਪਏ ਫੁੱਟ ਤੱਕ ਮਿਲਦਾ ਰਿਹਾ। ਰੇਤਾ ਉਹੀ ਹੈ ਜਿਹੜਾ ਕਾਂਗਰਸ ਦੇ ਸਮੇਂ 30 ਤੋਂ 35 ਰੁਪਏ ਫੁੱਟ ਮਿਲਦਾ ਰਿਹਾ। ਤੇ ਰੇਤਾ ਉਹੀ ਹੈ ਜਿਹੜਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ 'ਚ 50 ਤੋਂ 55 ਰੁਪਏ ਮਿਲਦਾ। ਜੇ ਇਸ ਤੋਂ ਥੱਲੇ ਹੋਵੇ ਜਾਂ ਮੈਂ ਵੱਧ ਘੱਟ ਬੋਲਿਆ ਹੋਵੇ ਤਾਂ ਮੈਂ ਦੇਣਦਾਰ। ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ, ਗੌਰਵ ਜੀ, ਤੁਹਾਨੂੰ ਵੀ ਯਾਦ ਹੋਣਾ ਆ, ਤੁਸੀਂ ਵੀ ਬੜਾ ਉਦੋਂ ਐ ਹੈਰਾਨ ਹੁੰਦੇ ਸੀ ਕਿ ਕੇਜਰੀਵਾਲ ਸਾਹਿਬ ਨੇ ਕਹਿਤਾ ਕਿ ਮੈਂ
20,000 ਕਰੋੜ ਰੁਪਈਆ ਆ ਜਿਹੜਾ ਰੇਤਾ ਮਾਫੀਆ ਚੋਂ ਪੰਜਾਬ ਨੂੰ ਬਚਤ ਕਰਕੇ ਦੇਊਗਾ। ਹੁੰਦੇ ਹੋ ਪਤਾ ਨਹੀਂ, ਇੱਕ ਇੰਟਰਵਿਊ ਜੀ 2-3 ਚੈਨਲਾਂ ਤੇ ਚੱਲਦੀ ਹੈ ਤੇ ਜਿਹੜਾ ਐਂਕਰ ਹੈ, ਜਿਹੜੇ ਰਿਪੋਰਟਰ ਨੇ, ਉਹ ਐ ਹੈਰਾਨ ਹੁੰਦੇ ਆ ਕਿ ਬੜਾ ਵੱਡਾ ਕੱਢ ਕੇ ਲਿਆਂਦਾ ਆ ਕੇਜਰੀਵਾਲ ਸਾਹਿਬ ਨੇ, ਕਿ 20,000 ਕਰੋੜ ਰੁਪਏ ਦੀ ਮੈਂ ਰੇਤਾ ਦੀ ਮਾਈਨਿੰਗ ਚੋਂ ਜਿਹੜਾ ਆ ਪੰਜਾਬ ਨੂੰ ਬਚਤ ਕਰਕੇ ਦੇਊਗਾ। ਉਹ ਬਚਤ ਕਿੱਥੇ? ਕਿਉਂ ਝੂਠ ਬੋਲਿਆ ਹੈ? ਕਿਉਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ? ਪਰ ਗੁੰਮਰਾਹ ਜਾਂ ਝੂਠ ਇਹਨਾਂ ਨੇ ਇੱਕ ਥਾਂ ਤੇ ਨਹੀਂ ਕੀਤਾ, ਇਹਨਾਂ ਸਰਕਾਰ ਹੀ ਝੂਠ ਦੇ ਆਸਰੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਬਣਾਈ। ਮੇਰਾ ਕਹਿਣ ਦਾ ਮਤਲਬ ਹੈ ਕਿ 20,000 ਕਰੋੜ ਦੀ ਤੁਸੀਂ ਠੱਗੀ ਮਾਰੀ ਲੋਕਾਂ ਦੇ ਨਾਲ ਕਿ ਬਚਤ ਕਰਕੇ ਦੇਵਾਂਗੇ, ਹੋਇਆ ਹੀ ਚਵਾਨੀ ਨਹੀਂ, ਲੋਕਾਂ ਤੇ ਬੋਝ ਪਾਤਾ। ਸਭ ਤੋਂ ਪਹਿਲੇ ਤਾਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਉਹਦੇ ਵਾਸਤੇ ਮਾਫੀ ਮੰਗਣ ਕਿ ਅਸੀਂ ਗਲਤ ਲੋਕਾਂ 'ਚ ਭਰਮ ਭੁਲੇਖਾ ਪੈਦਾ ਕੀਤਾ ਸੀ, ਮੀਡੀਆ ਨੂੰ ਗੁੰਮਰਾਹ ਕੀਤਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਮੇਰਾ ਤਾਂ ਸਿੱਧਾ ਜਿਹਾ ਸਵਾਲ ਹੈ। ਹਾਂ, ਜਿਹੜੇ ਅੱਜ ਇਹਨਾਂ ਐਲਾਨ ਕੀਤਾ ਹੈ ਇਹ ਵੀ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਸਾਹਮਣੇ ਆ ਜਾਣਾ ਹੈ। ਹੋਣਾ ਕੱਖ ਨਹੀਂ। ਜਿਹੜੀ ਆਪਾਂ ਗੱਲਾਂ ਕਰਦੇ ਆ ਨਾ ਗੌਰਵ ਜੀ, ਆਪਾਂ ਗੱਡਾ ਲੈ ਕੇ ਜਾਂਦੇ ਸੀ, ਆਪਾਂ ਰੇੜਾ ਲੈ ਕੇ ਜਾਂਦੇ ਸੀ, ਆਪਾਂ ਲੈ ਆਉਂਦੇ ਸੀ, ਇਹ ਉਦੋਂ ਹੁੰਦਾ ਸੀ ਜਦੋਂ ਪੰਜਾਬ 'ਚ ਮਾਈਨਿੰਗ ਨਹੀਂ ਸੀ ਹੁੰਦੀ, ਮਾਈਨਿੰਗ ਪਾਲਿਸੀ ਨਹੀਂ ਸੀ। ਇਹ ਜਯੰਤੀ ਨਟਰਾਜਨ ਜਦੋਂ ਮਿਨਿਸਟਰ ਬਣੀ ਮਾਈਨਿੰਗ ਦੀ, ਉਹਨੇ ਬਕਾਇਦਾ ਪੂਰੇ ਹਿੰਦੁਸਤਾਨ 'ਚ ਜਿਹੜਾ ਆ ਮਾਈਨਿੰਗ ਦੀ ਪਾਲਿਸੀ ਬਣਾਤੀ ਤੇ ਪੰਜਾਬ ਦੇ ਉੱਤੇ ਵੀ ਲਾਗੂ ਕਰਤੀ। ਉਸ ਸਮੇਂ ਤੋਂ ਇਹ ਬਿੱਡ ਹੁੰਦੀ ਆ, ਬੋਲੀ ਹੁੰਦੀ ਆ, ਨਿਲਾਮੀ ਹੁੰਦੀ ਖੱਡਾਂ ਦੀ, ਤੇ ਖੱਡਾਂ ਤੋਂ ਜਿਹੜੇ ਖੱਡਾਂ ਖਰੀਦਦੇ ਨੇ ਉਹ ਲੋਕ ਜਿਹੜੇ ਉਸ ਸਪਲਾਈ ਕਰਦੇ ਨੇ, ਉਹ ਸਪਲਾਈ ਕਰਦੇ ਨੇ। ਹੁਣ ਤੁਸੀਂ ਇਹਨਾਂ ਗੱਲਾਂ ਨੂੰ ਐਵੇਂ ਸੱਜੇ ਦੀ ਘੁਮਾ ਕੇ ਖੱਬੇ ਦੀ ਘੁਮਾ ਕੇ ਕਰੀ ਜਾਓਗੇ ਤੇ ਅੱਜ ਤੱਕ ਚਰਚੇ ਚੱਲਦੇ ਐ ਕਿ ਗੁੰਡਾ ਪਰਚੀ ਚੱਲਦੀ ਹੈ। ਜਿਹੜੇ ਮੰਤਰੀ ਸਾਹਿਬ ਨੇ ਨਾ, ਜਿਹੜੇ ਉਧਰ ਦੇ ਰੋਪੜ ਵਾਲੇ ਦੇ, ਉਹਨਾਂ ਦੇ ਇਲਾਕੇ 'ਚ ਵੀ ਚੱਲਦੀ ਹੈ। ਇਧਰੋਂ ਪਠਾਨਕੋਟ ਵਾਲੇ ਪਾਸਿਓਂ ਆਏ ਤੇ ਵੱਡੀ ਜਿਹੜੀ ਚੱਲਦੀ ਹੈ, ਹੁਸ਼ਿਆਰਪੁਰ ਵਾਲੇ ਪਾਸਿਓਂ ਆਏ ਤਾਂ ਵੱਖਰੀ ਚੱਲਦੀ ਹੈ। ਗੁੰਡਾ ਪਰਚੀ ਤੁਹਾਡੇ ਰਾਜ 'ਚ ਚੱਲੀ ਜਾਂਦੀ ਹੈ, ਮੀਡੀਆ 'ਚ ਰੌਲਾ ਪੈਣ ਡਿਆ, ਰਿਪੋਰਟਾਂ ਹੋਣ ਡੀਆਂ ਆ, ਤੇ ਨਵੇਂ ਤੋਂ ਨਵਾਂ ਸ਼ੋਸ਼ਾ ਛੱਡ ਦਿੰਦੇ ਜੇ। ਸ਼ੋਸ਼ੇ ਨਾ ਛੱਡੋ। ਸਭ ਤੋਂ ਪਹਿਲੇ ਤਾਂ ਸੰਘੇੜਾ ਸਾਹਿਬ, ਤੁਸੀਂ ਕੇਜਰੀਵਾਲ ਸਾਹਿਬ ਵੱਲੋਂ ਤੇ ਭਗਵੰਤ ਮਾਨ ਵੱਲੋਂ ਮਾਫੀ ਮੰਗੋ ਕਿ 20,000 ਕਰੋੜ ਸਾਲਾਨਾ ਦੀ ਬਚਤ ਰੇਤਾ ਮਾਫੀਆ 'ਚੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀਗਾ, ਤੇ ਜਾਂ 20,000 ਕਰੋੜ ਰੁਪਏ ਦਿਖਾਓ। 10.5 ਮਹੀਨੇ ਤੇ ਹੋ ਗਏ, ਰਹਿ ਕਿਹੜਾ ਗਿਆ? ਮੇਰਾ ਤਾਂ ਮੋਟਾ ਜਿਹਾ ਸਵਾਲ ਹੈ, ਫਿਰ ਹਾਲੇ ਨਹੀਂ, ਅਗਲਾ ਸਵਾਲ ਕਰੋਗੇ ਫਿਰ ਜਵਾਬ ਦੇ ਦਾਂਗੇ। ਜੀ ਠੀਕ ਹੈ, ਇਕੱਠੇ ਜਵਾਬ ਦਿਓ ਸੰਘੇੜਾ ਸਾਹਿਬ। ਮੈਂ ਇੱਕ ਵਾਰ ਸੋਈ ਸਾਹਿਬ ਦਾ ਵੀ ਰੁਖ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਸੋਈ ਸਾਹਿਬ, ਇਹ ਤਰਕ ਦਿੱਤੇ ਜਾ ਰਹੇ ਨੇ ਕਿ ਖੜ ਦੇ ਉੱਤੇ 5.5 ਰੁਪਏ ਰੇਤਾ ਮਿਲੇਗਾ। ਮੈਂ ਤੁਹਾਡਾ ਸਭ ਤੋਂ ਪਹਿਲਾਂ ਰਿਐਕਸ਼ਨ ਚਾਹਾਂਗਾ ਕਿ ਕਿਵੇਂ ਦੇਖ ਰਹੀ ਹੈ ਬੀਜੇਪੀ ਇਸ ਨੂੰ? ਦੇਖੋ ਆ ਨਾ, ਇਹਨਾਂ ਨੂੰ ਸੁਨਹਿਰੇ ਖਾਬ ਦਿਖਾਉਣ ਦਾ ਨਾ ਬੜਾ ਸ਼ੌਂਕ ਹੈ। ਅੱਜ ਤੋਂ 2 ਮਹੀਨੇ ਪਹਿਲਾਂ ਤੁਹਾਡੇ ਨਾਲ ਹੀ ਚੈਨਲ ਤੇ ਅਸੀਂ ਬੈਠੇ ਸੀਗੇ ਤੇ 28.5 ਰੁਪਏ ਕਹਿੰਦੇ ਸੀਗੇ ਜੀ ਖੱਡ ਤੋਂ ਮਿਲੇਗਾ ਤੇ ਡਿਪੂਆਂ 'ਚ ਮਿਲੇਗਾ ਜਾ ਕੇ 48-50 ਰੁਪਏ। ਹੁਣ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ 70 ਰੁਪਏ ਤੋਂ ਵੀ ਉੱਪਰ ਰੇਤਾ ਜਿਹੜਾ ਮਿਲ ਰਿਹਾ। ਹੁਣ ਜੇ ਤੁਸੀਂ ਸਾਡੇ 20 ਮਿੰਟ ਹੋ ਗਏ ਡਿਬੇਟ ਨੂੰ ਚੱਲਦੇ ਆ 22 ਮਿੰਟ, ਤੇ ਹਰ ਕਹਿ ਰਿਹਾ ਜੀ 5.5 ਰੁਪਏ, ਤੁਸੀਂ ਵੀ ਕਹਿ ਰਹੇ ਹੋ 5.5 ਰੁਪਏ। what 5.5 ਰੁਪਏ? 5.5 ਰੁਪਏ ਦੇ ਇਹਨਾਂ ਨੇ ਰੇਟ ਘੋਸ਼ਿਤ ਕੀਤਾ, ਰੇਟ ਦਾ ਉੱਥੋਂ ਖੱਡ ਤੋਂ ਚੱਕਣ ਦਾ, ਜਿਹੜੀ ਉੱਥੋਂ ਇਹਨਾਂ ਨੇ ਟਰਾਲੀਆਂ 'ਚ ਵੜਨੀ ਹੈ, ਜਿਹੜੀ ਉੱਥੇ ਲੇਬਰ ਭਰਨੀ ਹੈ, ਜਿਹੜਾ ਇਹਨਾਂ ਨੇ GST ਪਾਣਾ ਹੈ, ਜਿਹੜੀ ਉਹਦੀ ਟਰਾਂਸਪੋਰਟੇਸ਼ਨ ਚਾਰजेस ਲੱਗਣੀ ਹੈ, ਕੁੱਲ ਮਿਲਾ ਕੇ ਉਹ ਤੇ ਬੋਲ ਨਹੀਂ ਰਹੇ, ਕਿਉਂਕਿ ਇਹਨਾਂ ਨੇ ਸਿਰਫ ਔਰ ਸਿਰਫ ਇੱਕ ਖਾਬ ਦਿਖਾਣਾ ਹੈ ਤੇ ਉਹ ਖਾਬ ਨੂੰ ਹਕੀਕਤ ਬਣਨ 'ਚ ਇਹਨਾਂ ਨੇ ਸਾਰੀ ਉਮਰ ਹੀ ਲੰਘਾ ਦੇਣੀ ਹੈ। ਅੱਜ ਰੇਤਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿਹੜੀ ਬੇਸਿਕ ਗੱਲ ਹੈ, ਰੇਤਾ ਬਣ ਚੁੱਕਾ ਹੈ ਪੋਲੀਟੀਸ਼ੀਅਨਸ ਦਾ, ਮਿਨਿਸਟਰਾਂ ਦਾ ਤੇ MLA ਦਾ ਕਮਾਈ ਦਾ ਸਾਧਨ। ਪਿਛਲੀ ਸਰਕਾਰ ਦੇ ਵਿੱਚ 45 MLA ਦੇ ਉੱਪਰ ਐਲੀਗੇਸ਼ਨ ਲੱਗੇ ਸੀਗੇ ਕਾਂਗਰਸ ਦੇ ਕਿ ਜੀ ਇਹਨਾਂ ਨੇ ਰੇਤਾ ਜਿਹੜੀ ਹੈ ਚੋਰੀ ਕਰਕੇ ਫਾਈਲਾਂ ਜਿਹੜੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਪਈਆਂ ਹੋਈਆਂ ਸੀਗੀਆਂ। ਹੁਣ ਜੋ ਮਾਰਕੀਟ 'ਚ ਹੈਗਾ ਕਹਿੰਦੇ ਜੀ ਉਹ ਟੋਪੀਆਂ ਚੇਂਜ ਹੋ ਗਈਆਂ ਤੇ MLA ਜਿਹੜੇ ਉਹ ਬਦਲ ਗਏ ਤੇ ਕੰਮ ਉਹੀ ਚੱਲਣ ਦਿਆ। ਅਬ ਇਸ ਵਕਤ ਵੀ ਉਹ ਚੱਲਦਾ ਪਿਆ, ਇਸ ਵਕਤ ਦੀ ਮਾਈਨਿੰਗ ਉਸ ਤਰ੍ਹਾਂ ਹੀ ਹੋ ਰਹੀ ਹੈ। ਮੈਨੂੰ ਲੱਗਦਾ ਹੈਗਾ ਕਿ ਇਹਦੇ 'ਚ ਸਿਰਫ ਔਰ ਸਿਰਫ ਇਹਨਾਂ ਨੇ 2 ਮਹੀਨੇ ਦੀ, ਕਿਉਂਕਿ ਇਹਨਾਂ ਨੂੰ ਪਤਾ ਕਿ ਇਲੈਕਸ਼ਨ ਆ ਰਹੇ ਨੇ ਕਾਰਪੋਰੇਸ਼ਨ ਦੇ, ਉਸ ਤੋਂ ਬਾਅਦ 24 'ਚ ਪਾਰਲੀਮੈਂਟ ਇਲੈਕਸ਼ਨ ਹੈ, ਉਹਦੇ ਉੱਪਰ ਲਿਪਾ ਪੋਤੀ ਕਰਨ ਦਾ ਇਹਨਾਂ ਨੇ ਕੋਈ ਪਲਾਨਿੰਗ ਕੀਤੀ ਹੈ। ਆਈ ਡੂ ਨਾਟ ਥਿੰਕ ਸੋ ਕਿ ਇਹਦੇ 'ਚ ਕੋਈ ਕਿਸੇ ਵੀ ਕੰਜ਼ਿਊਮਰ ਨੂੰ ਕੋਈ ਫਾਇਦਾ ਹੋਣ ਵਾਲਾ ਹੈ, ਕਿਉਂਕਿ ਆ ਜਿਹੜੀ ਪਾਲਿਸੀ ਹੈ ਦਿਸ ਇਜ਼ ਐਟ ਦੀ ਫਿਟ ਆਫ ਇਟ। ਆ ਸੁਣਨ 'ਚ ਲੱਗਦੀ ਹੈ ਕਿ ਡਿਫਾਲਟਰ ਪਾਲਿਸੀ ਹੈ। ਆ ਸੁਣਨ 'ਚ ਤੁਸੀਂ ਆਪ ਸੋਚੋ ਕਿ ਲੌਜਿਸਟਿਕਸ ਅਸੀਂ ਸੋਚੀਏ, ਅਸੀਂ ਇਕਨੋਮਿਕਸ ਨੂੰ ਵਿੱਚ ਰੱਖ ਕੇ ਸੋਚੀਏ, ਫਾਈਨੈਂਸ਼ੀਅਲੀ ਸੋਚੀਏ, ਤੇ ਵਾਇਬਿਲਿਟੀ ਕਿਸੇ ਹੱਦ ਤੱਕ ਲੱਗਦੀ ਹੋਈ ਨਹੀਂ ਹੈ। ਜਿਹੜਾ ਰੇਤਾ
ਬੀਜੇਪੀ ਜਦੋਂ ਕਾਂਗਰਸ ਜਦੋਂ ਸਰਕਾਰ ਸੀਗੀ ਸਾਡੀ ਉਦੋਂ 15-16 ਰੁਪਏ ਮਿਲਦਾ ਸੀਗਾ, ਅੱਜ 70 ਰੁਪਏ ਮਿਲਦਾ ਪਿਆ ਹੈ। ਤੇ ਦੱਸਣ ਤੇ ਸਹੀ ਕਿੰਨਾ ਕੋਸਟ ਮੈਨੂੰ ਕਿੰਨਾ ਘਰ ਕਰੇਗਾ। ਅੱਜ ਗੌਰਵ ਸ਼ੁਕਲਾ ਜੀ ਨੇ ਘਰ ਬਣਾਉਣਾ ਹੈ, ਗੌਰਵ ਸ਼ੁਕਲਾ ਜੀ ਨੂੰ ਜਿਹੜਾ ਰੇਟ ਹੈ ਘਰ ਉਹਨਾਂ ਦੇ ਕਿੰਨੇ ਦਾ ਪਏਗਾ? 5.5 ਰੁਪਏ ਖੱਡ ਦਾ ਪਏਗਾ, 5.5 ਰੁਪਏ ਵੱਧ ਵੀ ਟੂਬੀ ਦਾ ਖੱਡ। ਕਹਿੰਦੇ ਜੀ ਉਹ ਆਪਣੀ ਟਰਾਲੀਆਂ ਲੈ ਜਾਓ, ਆਪਣੇ ਗੱਡੇ ਲੈ ਜਾਓ, ਉਹ ਤੁਸੀਂ ਮੰਗ ਕੇ ਲੋਕਾਂ ਕੋਲੋਂ ਲੈ ਜਾਓ। ਹੀ ਮਸਟ ਅੰਡਰਸਟੈਂਡ ਸੰਗੇੜਾ ਜੀ ਬੜੇ ਸਿਆਣੇ ਨੇ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਜਲੰਧਰ ਦੇ, ਕਿ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਜਦ ਕੰਸਟਰਕਸ਼ਨ ਹੁੰਦੀ ਹੈ, most of the construction and development is happening in the urban areas। ਤੇ urban areas ਲੋਕਾਂ ਕੋਲ ਟਰਾਲੀਆਂ ਨਹੀਂ ਹੁੰਦੀਆਂ, ਲੋਕਾਂ ਕੋਲ ਗੱਡੇ ਨਹੀਂ ਹੁੰਦੇ। people are dependent on the government ਜਾਂ ਜਿਹੜੇ ਡੀਲਰ ਨੇ, ਸਬ ਡੀਲਰ ਨੇ ਜਾਂ ਜਿਹੜੇ ਬਿਲਡਿੰਗ ਮਟੀਰੀਅਲ ਵਾਲੇ ਨੇ, ਉਹਨਾਂ ਉੱਪਰ ਡਿਪੈਂਡੈਂਟ ਹੁੰਦੇ ਨੇ। ਠੀਕ ਹੈ, ਲੌਜੀਕ ਹੈ, ਵੈਲਿਡ ਪੁਆਇੰਟ ਹੈ। ਸਿਰਫ ਝੂਠ ਬੋਲਦੇ ਹੋ ਔਰ ਝੂਠ ਬੋਲ ਕੇ ਇੱਕ ਏਦਾਂ ਦੀ ਤੁਸੀਂ ਜਾਲ ਮੱਕੜ ਜਾਲ ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ ਆ ਪੰਜਾਬੀਆਂ ਨੂੰ ਬੇਵਕੂਫ ਸਮਝਦੇ ਨੇ। ਪੰਜਾਬੀ ਇਹਦੇ ਬੇਵਕੂਫ ਨਹੀਂ ਕਿ ਤੁਹਾਡੇ ਝਾਂਸੇ ਚੱਲ ਜਾਣਗੇ। ਠੀਕ ਹੈ, ਮੈਂ ਇੱਕ ਹੋਰ ਛੋਟਾ ਜਿਹਾ ਸਵਾਲ, ਵਲਟੋਹਾ ਸਾਹਿਬ ਨੇ ਵੀ ਜ਼ਿਕਰ ਕੀਤਾ, ਤੁਸੀਂ ਵੀ ਕੀਤਾ, ਉਸ ਤੋਂ ਬਾਅਦ ਮੈਂ ਸੰਘੇੜਾ ਸਾਹਿਬ ਤੋਂ ਜਵਾਬ ਲਵਾਂਗਾ। 15 ਰੁਪਏ ਤੁਸੀਂ ਦਾਅਵਾ ਕਰ ਰਹੇ ਹੋ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਰੇਤ ਵਿਕਦਾ ਸੀ ਤਾਂ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਸੀ 15-16 ਰੁਪਏ, ਤੁਸੀਂ ਇਹ ਦਾਅਵਾ ਕਰ ਰਹੇ ਹੋ। ਉਹ ਵੀ ਪੋਸੀਬਲ ਸੀ ਕਿ ਮੌਜੂਦਾ ਸਮੇਂ 'ਚ ਨਹੀਂ ਹੋ ਸਕਦਾ, ਹੁਣ ਕਿਉਂ ਪੋਸੀਬਲ ਨਹੀਂ ਹੈ? ਕਿਉਂ ਲੱਗਦਾ ਤੁਹਾਨੂੰ ਕਿ ਹੁਣ ਇਹ ਪੋਸੀਬਲ ਨਹੀਂ ਹੋ ਸਕਦਾ? ਮੈਂ ਤੁਹਾਨੂੰ ਦੱਸਣਾ ਰੀਜ਼ਨ ਕੀ ਹੈ। ਉਹਦਾ ਰੀਜ਼ਨ ਹੈਗਾ ਕਿ ਆ ਜਿਹੜੇ ਪੋਲੀਟੀਸ਼ੀਅਨਸ ਨੇ, ਆ ਜਿਹੜੇ ਗੁੰਡਾ ਤੰਤਰ ਹੈ, ਉਹਦੇ ਮੂੰਹ ਨੂੰ ਖੂਨ ਲੱਗ ਗਿਆ। ਉਹਨੂੰ ਆ ਰੇਤਾ ਦੇ ਵਿੱਚੋਂ ਸੋਨਾ ਲੱਭਦਾ। ਕਰਪਸ਼ਨ ਤੁਸੀਂ ਕਹਿ ਰਹੇ ਹੋ, ਕਰਪਸ਼ਨ ਦੀ ਵਜ੍ਹਾ ਨਾਲ ਨਹੀਂ ਹੋ ਸਕਦਾ। ਮਤਲਬ ਕੁੱਲ ਮਿਲਾ ਕੇ ਗੱਲ ਇਹ ਹੋ ਗਈ ਕਿ ਜੇ 15-16 ਰੁਪਏ ਤੁਹਾਡੇ ਦਾਅਵੇ ਮੁਤਾਬਕ ਜੇ 15 ਰੁਪਏ ਵਿਕ ਰਿਹਾ ਸੀ ਉਸ ਸਮੇਂ, ਜੇ ਅੱਜ ਦੁੱਗਣੇ ਰੇਟ ਵਿਕ ਰਿਹਾ ਤਾਂ 15 ਰੁਪਏ ਦੀ ਕਰਪਸ਼ਨ ਹੋ ਰਹੀ ਹੈ। ਇਹੀ ਕਹਿਣਾ ਚਾਹ ਰਹੇ ਹੋ ਕਿ ਤੁਸੀਂ ਕਰਪਸ਼ਨ ਹੋ ਰਹੀ ਹੈ, ਉਹ ਕੌਣ ਕਰ ਰਿਹਾ? ਇੱਕ ਵੱਡੀ ਬਹਿਸ ਹੈ। ਠੀਕ ਹੈ, ਚਲੋ ਆਪਾਂ ਹੁਣ ਜਵਾਬ ਲੈ ਲਈਏ। ਠੀਕ ਹੈ, ਤੁਹਾਡਾ ਪੁਆਇੰਟ ਮਿਲ ਰਿਹਾ, ਗੋਰੇ ਦੀ 70 ਰੁਪਏ ਮਿਲ ਰਿਹਾ। ਠੀਕ ਹੈ, ਮੈਂ ਰੁਪਏ ਦੀ ਜਿਹੜੀ ਬੈਗ ਜਿਹੜਾ ਬਿਜਲਾ ਗੈਪ ਆ ਕੌਣ ਖਾ ਰਿਹਾ? 10.5 ਮਹੀਨੇ ਕਿੰਨੇ ਖਾਦਾ ਹੈ ਸੰਘੇੜਾ ਸਾਹਿਬ, ਉਹ ਵੀ ਦੱਸ ਦੇ। ਠੀਕ ਹੈ, ਮੈਂ ਸੰਘੇੜਾ ਸਾਹਿਬ ਤੁਸੀਂ ਠੀਕ ਹੈ, ਤੁਸੀਂ ਡਿਵੈਲਪਮੈਂਟ ਹੋਈ ਹੈ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਸਰ, ਤੁਹਾਡਾ ਪੁਆਇੰਟ ਆ ਗਿਆ, ਆਪਾਂ ਜਵਾਬ ਲੈ ਲਈਏ। ਸੰਘੇੜਾ ਸਾਹਿਬ ਮੇਰਾ ਇੱਕ ਸਵਾਲ ਹੈ, ਤੁਸੀਂ ਬਾਕੀ ਐਡਲਿਬ ਕਰ ਦਿਓ। ਇੱਕ ਤਾਂ ਪਹਿਲਾਂ ਇਹ ਦੱਸੋ ਕਿ ਜਿਹੜੀਆਂ ਇੱਕ ਪਹਿਲਾਂ ਵਿਵਸਥਾ ਦਾ ਜ਼ਿਕਰ ਹੋਇਆ ਕਿ ਇੱਕ ਤਰੀਕੇ ਨਾਲ ਰੇਤੇ ਬਜਰੀ ਦੇ ਸਰਕਾਰੀ ਡਿਪੂ ਖੋਲੇ ਗਏ, ਮੋਹਾਲੀ 'ਚ ਖੁੱਲਿਆ ਇੱਕ ਤੇ ਇੱਕ ਪੰਜਾਬ ਦੇ ਵਿੱਚ ਹੋਰ ਖੁੱਲਿਆ, ਤੁਸੀਂ ਦਾਅਵਾ ਕੀਤਾ ਸਰਕਾਰ ਨੇ ਕਿ ਵੱਖ-ਵੱਖ ਥਾਵਾਂ ਤੇ ਆਉਣਗੇ। ਕੀ ਉਹ ਵਿਵਸਥਾ ਜਾਰੀ ਰਹੇਗੀ ਤੇ ਪੈਰਲਲ 5.5 ਰੁਪਏ ਵਾਲੀ ਵਿਵਸਥਾ ਹੈ ਜਾਂ ਇੱਕੋ ਵਿਵਸਥਾ ਹੋਏਗੀ? ਸਮਝਾ ਦਿਓ ਜ਼ਰਾ। ਗੌਰਵ ਜੀ, ਜਿਹੜਾ ਪਹਿਲਾਂ ਐਲਾਨ ਕੀਤਾ ਸੀਗਾ ਨਾ, ਉਹ ਅਲੱਗ ਸੀਗਾ। ਠੀਕ ਹੈ, ਜਿਹੜੇ ਰੇਟ ਦੇ ਰੇਟ ਸਾਰੇ ਹੀ ਬੁਲਾਰੇ ਰੌਲਾ ਪਾ ਰਹੇ ਆ ਕਿ ਇਸ ਤਰ੍ਹਾਂ ਵੱਧ ਗਿਆ, ਇਸ ਤਰ੍ਹਾਂ ਵੱਧ ਗਿਆ। ਉਹਦਾ ਰੀਜ਼ਨ ਹੈ ਕਿ ਕੇਂਦਰ ਸਰਕਾਰ ਨੇ ਮਾਈਨਿੰਗ ਤੇ ਰੋਕ ਲਾ ਦਿੱਤੀ ਸੀਗੀ, ਬਰਸਾਤ ਦੇ ਸੀਜ਼ਨਾਂ 'ਚ ਬੰਦ ਹੋ ਗਈ ਸੀ ਮਾਈਨਿੰਗ। ਠੀਕ ਹੈ, ਤੇ ਬਾਕੀ ਹਰ ਇੱਕ ਚੀਜ਼ ਦੀ ਤਬਦੀਲੀ ਨੂੰ ਸੋਈ ਸਾਹਿਬ ਆਪ ਮੰਨ ਗਏ ਆ ਕਿ ਅਸੀਂ 15 ਰੁਪਏ ਦਿੰਦੇ ਸੀ, ਇਹ ਮੂੰਹ ਨੂੰ ਖੂਨ ਲੱਗ ਗਿਆ ਫਲਾਣਾ। 10 ਸਾਲ ਤਾਂ ਇਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਰਿਹਾ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਜਦੋਂ ਸਰਕਾਰ ਸੀਗੀ ਤੇ ਨਾਲੇ ਜਦੋਂ ਦਾ ਯਾਰ ਵਿੱਚ ਨਾ ਬੋਲੋ, ਆਹ ਕੋਈ ਗੱਲ ਥੋੜੀ ਆ। ਥੋੜਾ ਗੱਲ ਥੋੜੀ ਯਾਰ, ਮੈਨੂੰ ਤੁਸੀਂ 3 ਜਣੇ ਹੋ, ਮੈਨੂੰ 3 ਗੁਣਾ ਟਾਈਮ ਮਿਲਣਾ ਚਾਹੀਦਾ, ਤੁਸੀਂ ਮੈਨੂੰ 1/4 ਵੀ ਨਹੀਂ ਬੋਲਦੇ ਯਾਰ। ਥੋੜਾ ਛੋਟਾ ਜਵਾਬ ਰੱਖਿਆ ਸੰਘੇੜਾ ਸਾਹਿਬ, ਤੁਹਾਡਾ ਲੌਜਿਕ ਠੀਕ ਹੈ। ਠੀਕ ਹੈ, ਕੋਈ ਜੀ ਸੁਖਦੇਵ ਜੀ ਪਲੀਜ਼ ਮੈਂ ਰਿਕੁਐਸਟ ਕਰੂੰਗਾ। ਡੀਜ਼ਲ ਤੋਂ ਲੈ ਕੇ ਹਰ ਤਰ੍ਹਾਂ ਦੀ ਭਾਜਪਾ ਦੀ ਜਿਹੜੀ ਸਰਕਾਰ ਆ ਕੇਂਦਰ ਦੀ, 3 ਗੁਣਾ ਮਹਿੰਗਾਈ ਹਰ ਇੱਕ ਚੀਜ਼ 'ਚ ਹੋ ਗਈ ਆ। ਪਹਿਲੀ ਗੱਲ ਤਾਂ ਉਸ ਵੇਲੇ ਦੀ ਜਿਹੜੀ ਗੱਲ ਕਰਦੇ ਉਹ ਹੈ ਹੀ ਨਹੀਂ ਹੈ। ਕਾਂਗਰਸ ਵਾਲੇ ਪਹਿਲਾਂ ਸਾਬਤ ਹੋ ਚੁੱਕਾ ਕਿ ਕਾਂਗਰਸ ਵਾਲੇ ਝੂਠ ਬੋਲ ਰਹੇ ਸੀ ਵੀ ਅਸੀਂ ਰੇਤਾ ਸਸਤਾ ਕੀਤਾ ਹੈ। ਅਸੀਂ ਗੌਰਵ ਜੀ ਨਵੀਂ ਸਕੀਮ ਲੈ ਕੇ ਆਂਦੀ ਹੈ, ਕੰਜ਼ਿਊਮਰ ਨੂੰ ਡਾਇਰੈਕਟ ਚੀਜ਼, ਉਹਦੇ ਮਾਰਜਨ ਘਟਣੇ ਆ। ਕੰਜ਼ਿਊਮਰ ਜਿਹੜਾ ਹੈ ਉਹ ਡਾਇਰੈਕਟ ਆਪਾਂ ਇਹ ਕਹਦੀ ਵੀ ਉਹ ਛੋਟਾ ਰੇਟ ਦੂਜਾ ਛੋਟਾ ਟੈਂਪੂ ਲਿਆ ਸਕਦਾ, ਕੁਝ ਹੋਰ ਲਿਆ ਸਕਦਾ ਆ। ਇਹ ਨਹੀਂ ਹੈ ਵੀ ਇਦਾਂ ਪਰਚੂਨ 'ਚ ਚੀਜ਼ਾਂ ਜਾਂਦੀਆਂ ਨਹੀਂ। ਅਸੀਂ ਪਰਚੂਨੀਏ ਨੂੰ, ਕੰਜ਼ਿਊਮਰ ਨੂੰ ਇਹ ਇੱਕ ਸਹੂਲਤ ਦੇਤੀ। 50 ਖੱਡਾਂ ਥੋੜੀਆਂ ਨਹੀਂ ਹੁੰਦੀਆਂ ਔਰ ਨਿਗਰਾਨੀ ਕਰਾਂਗੇ, ਉਹਦੇ ਹਿਸਾਬ ਨਾਲ ਵਧਾਵਾਂਗੇ ਵੀ, ਇਹਨੂੰ ਮੈਂਟਰ ਕਰਾਂਗੇ, ਮੋਨੀਟਰ ਕਰਾਂਗੇ। ਇਹ ਕੋਈ ਏਦਾਂ ਨਹੀਂ ਹੈ ਚੰਨੀ ਸਾਹਿਬ ਵਾਂਗੂ ਐਲਾਨ ਕਰਤਾ ਤੇ ਆਪ ਆਪਣੇ ਭਤੀਜਿਆਂ ਨੂੰ ਕਹਿਤਾ ਪਰ ਲੁੱਟ ਲਓ ਸਾਰਾ ਏਰੀਆ। ਠੀਕ ਹੈ ਨਾ, ਅਸੀਂ ਉਹ ਪਾਲਿਸੀ ਬਣਾਈ ਆ, ਉਹਨੂੰ ਬਕਾਇਦਾ ਲਾਗੂ ਕਰਾਂਗੇ ਔਰ ਪਹਿਲਾਂ ਵੀ ਲਾਗੂ ਕਰਦੇ ਰਹੇ ਹਾਂ। ਬਲਟੋਹਾ ਸਾਹਿਬ ਵੀ ਮੰਨੇ ਆ ਕਿ ਇਹਨਾਂ ਦੇ ਐਲਾਨ ਬੜੇ ਵਧੀਆ ਹੁੰਦੇ ਆ, ਲੋਕਾਂ ਨੂੰ ਬੜੇ ਲੁਭਾਉਣੇ ਲੱਗਦੇ ਆ। ਬਲਟੋਹਾ ਸਾਹਿਬ, ਅਸੀਂ ਮੁੱਖ ਮੰਤਰੀ ਸਾਹਿਬ ਨੇ ਬਿਜਲੀ ਫ੍ਰੀ ਦਾ ਐਲਾਨ ਕੀਤਾ ਜੂਨ ਦੇ ਵਿੱਚ, ਮਈ 'ਚ, ਕਿ 1 ਜੁਲਾਈ ਤੋਂ ਬਿਜਲੀ ਫ੍ਰੀ ਹੋਏਗੀ। ਤੁਸੀਂ ਸਾਰਿਆਂ ਨੇ ਬੜਾ ਰੌਲਾ ਪਾਇਆ ਕਿ ਕਿੱਦਾਂ ਕਰ ਦੇਣਗੇ, ਕੀ ਕਰ ਦੇਣਗੇ। ਹੋ ਗਈ ਨਾ ਬਿਜਲੀ ਫ੍ਰੀ, ਸਾਰੇ ਲੋਕ ਖੁਸ਼ ਨੇ। ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤੇ, ਬਾਕੀ ਮੈਂ ਖੋਲਾਂਗੇ ਅਸੀਂ ਆਮ ਆਦਮੀ ਕਲੀਨਿਕ ਖੋਲਤੇ, ਤੁਸੀਂ ਕਿਹਾ ਜੋ ਬੰਦ ਹੋ ਗਏ, ਚੱਲੇ ਨਹੀਂ, ਆ ਹੋ ਗਿਆ। ਅਸੀਂ ਅੰਕੜੇ ਦੇਤੇ, ਮੁੱਖ ਮੰਤਰੀ ਸਾਹਿਬ ਨੇ 500 ਹੋਰ ਖੋਲਤੇ 26 ਜਨਵਰੀ ਨੂੰ। ਅਸੀਂ ਤਾਂ ਲੋਕਾਂ ਦੇ ਕੰਮ ਇਦਾਂ ਹੀ ਕਰੀ ਜਾਣੇ ਆ। 5.5 ਰੁਪਏ ਉੱਥੋਂ ਖੱਡ ਤੋਂ, ਲੋਕਾਂ ਦੀ ਖੱਡ ਤੋਂ, ਲੋਕਾਂ ਨੂੰ, ਕੰਜ਼ਿਊਮਰ ਨੂੰ
5.5 ਰੁਪਏ ਰੇਤਾ ਮਿਲੇਗਾ, ਫਿਰ ਠੀਕ ਹੈ, ਤੁਸੀਂ ਕੋਈ ਹੋਰ ਲੱਭ ਲਿਓ। ਮੈਂ ਸੁਖਦੇਵ ਜੀ ਦਾ ਅਸੀਂ ਰੁਕ ਕਰਾਂ, ਮੈਂ ਇੱਕ ਸਵਾਲ ਹੈ ਛੋਟਾ ਜਿਹਾ ਇੰਪਲੋਇਮੈਂਟ ਦੇਣ ਨੂੰ ਕਿਹਾ ਸੀਗਾ 25,000। ਮੇਰਾ ਇੱਕ ਸਵਾਲ ਹੈ ਸਰ, 25,000 ਨੌਕਰੀਆਂ ਦਿੱਤੀਆਂ ਕੋਈ ਡੀਲਰ ਉੱਥੇ ਪਹੁੰਚ ਰਿਹਾ ਤੇ ਇੱਕ ਕੋਈ ਆਮ ਆਦਮੀ ਜਿਹਨੇ ਆਪਣੇ ਘਰ ਵਾਸਤੇ ਡੀਲਰ ਦੀ ਐਂਟਰੀ ਦੋਵਾਂ 'ਚ ਫਰਕ ਕਿਵੇਂ ਕਰੋਗੇ ਸਰ? ਦੋਵਾਂ 'ਚ ਫਰਕ ਕਿਵੇਂ ਹੋਊਗਾ? ਜਦੋਂ ਸਰਕਾਰ ਰਲੀ ਹੋਈ ਨਹੀਂ ਕਿਸੇ ਨਾਲ, ਮੈਂ ਉਹੀ ਦੱਸਦਾ, ਜਦੋਂ ਸਰਕਾਰ ਰਲੀ ਨਹੀਂ ਹੋਈ ਕਿਸੇ ਨਾਲ, ਮਾਫੀਆ ਨਹੀਂ ਹੈ ਕੋਈ, ਵਿੱਚੋਂ ਕੋਈ ਐਮਐਲਏ ਨਹੀਂ ਪੈਸੇ ਲੈ ਰਿਹਾ, ਮੰਤਰੀ ਨਹੀਂ ਪੈਸੇ ਲੈ ਰਿਹਾ, ਡੀਲਰਸ ਵੀ ਨਹੀਂ ਜਾਣਗੇ, ਇੰਨੇ ਨਹੀਂ ਹੈਗੇ, ਕਿਉਂਕਿ ਇਹ ਬੜਾ ਅਰਬਨ ਲੋਕ ਨੇ, ਜਿਹੜੇ ਸ਼ਹਿਰੀ ਲੋਕ ਨੇ, ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਕੋਲ ਨਾ ਟਰੈਕਟਰ ਟਰਾਲੀ ਹੈ ਤੇ ਨਾ ਉਹਨਾਂ ਦੇ ਕੋਲ ਕੋਈ ਹੋਰ ਵਹੀਕਲ ਹੈ ਜਿਸ ਦੇ ਵਿੱਚ ਉਹ ਰੇਤ ਲੈ ਕੇ ਆ ਸਕਣ। ਪ੍ਰੈਕਟੀਕਲੀ ਦੇਖੀਏ ਸ਼ਹਿਰਾਂ 'ਚ ਹੁਣ ਇਦਾਂ ਥੋੜੀ ਆ ਕੋਈ ਨਵਾਂ ਸਿਟੀ ਬਸ ਰਿਹਾ ਜਿੱਥੇ ਇੱਕ ਸ਼ਹਿਰ 'ਚ ਸਾਰੇ ਹੀ ਰੇਤਾ ਸਾਰਿਆਂ ਨੂੰ ਚਾਹੀਦਾ ਆ। ਨਹੀਂ, ਬਹੁਤ ਵੱਡੇ ਪੱਧਰ ਤੇ ਚਾਹੀਦਾ ਹੁੰਦਾ ਸਰ। ਮੈਂ ਸਮਝਦਾ ਇਸ ਗੱਲ ਨੂੰ, ਸ਼ਹਿਰਾਂ ਤੋਂ ਬਾਹਰ ਵੀ, ਸ਼ਹਿਰਾਂ ਦੇ ਆਲੇ ਦੁਆਲੇ ਵੀ ਕੰਸਟਰਕਸ਼ਨ ਹੁੰਦੀ ਹੈ, ਮਤਲਬ ਪਿੰਡਾਂ 'ਚ ਵੀ ਚਾਹੀਦਾ, ਸ਼ਹਿਰਾਂ 'ਚ ਵੀ ਚਾਹੀਦਾ, ਹਾਂ ਕੋਈ ਦੂਰ ਰਾਈ ਨਹੀਂ। ਸ਼ਹਿਰ ਦੇ ਹੁਣ ਜਲੰਧਰ ਹੈ, ਜਲੰਧਰ ਦੇ ਜਾ ਕੇ ਉੱਥੇ ਬਿਲਕੁਲ ਸੈਂਟਰ ਥੋੜੀ ਕੰਸਟਰਕਸ਼ਨ ਹੋਣੀ ਆ, ਕੰਸਟਰਕਸ਼ਨ ਆਲੇ ਦੁਆਲੇ ਹੁੰਦੀ ਆ, ਛੋਟਾ ਟੈਂਪੂ ਲਿਜਾ ਕੇ ਲਿਆ ਸਕਦੇ ਆ, ਜਿਹੜਾ ਤੁਹਾਡਾ ਕੰਸਟਰਕਸ਼ਨ ਕਰਦਾ ਹੁੰਦਾ ਆ ਠੇਕੇਦਾਰ, ਉਹੀ ਜਾ ਕੇ ਲਿਆਏਗਾ ਉੱਥੋਂ, ਉਹਨੇ ਸਬੂਤ ਚਾਹੀਦੇ ਆ ਵੀ ਕਿੱਥੇ ਕੰਸਟਰਕਸ਼ਨ ਹੋ ਰਹੀ ਆ, ਉਹ ਡਿਪਾਰਟਮੈਂਟ ਨੇ ਮੋਨੀਟਰ ਕਰਨਾ। ਸੋਈ ਸਾਹਿਬ ਕੁਝ ਕਹਿਣਾ ਚਾਹ ਰਹੇ ਹਨ, ਸੋਈ ਸਾਹਿਬ ਮੋਨੀਟਰ ਕਰਨਾ ਡਿਪਾਰਟਮੈਂਟ ਨੇ, ਕੰਜ਼ਿਊਮਰ ਰੇਤਾ ਛੋਟਾ ਰਿਐਕਸ਼ਨ ਰੱਖਿਓ ਸਰ ਪਲੀਜ਼, ਛੋਟਾ ਰਿਐਕਸ਼ਨ ਜੀ। ਸੰਗੇੜਾ ਸਾਹਿਬ ਇੱਕ ਕੁਐਸਚਨ ਲੈ ਲਓ ਹਾਂਜੀ, ਕਿ ਤੁਸੀਂ ਜਿਹੜੀ ਲੋਕਾਂ ਨੂੰ ਦਿਓਗੇ, ਤੁਸੀਂ ਕੰਟਰੈਕਟ ਤੇ ਦਿਓਗੇ, ਲੋਕਾਂ ਨੂੰ ਠੇਕੇ ਦਿਓਗੇ ਕਿ 18 ਬੰਦਿਆਂ ਨੂੰ, ਜਾਂ ਸਰਕਾਰ ਦੀ ਟੀਮਾਂ, ਸਰਕਾਰ ਦੇ ਅਫਸਰ ਜਿਹੜੀ ਰੇਤਾ ਜਿਹੜੀ ਹੈ ਇਹਨਾਂ ਖੱਡਾਂ ਦੇ ਠੇਕੇ ਨਹੀਂ, ਇਹਨਾਂ ਖੱਡਾਂ 'ਚ ਠੇਕੇਦਾਰ ਨਹੀਂ ਜਾਣਗੇ, ਉਹ ਅਲੱਗ ਚੱਲਦਾ ਰਹੇਗਾ ਸਿਸਟਮ। ਸੋਈ ਸਾਹਿਬ ਇਹਨਾਂ ਖੱਡਾਂ 'ਚ ਕੋਈ ਜਿਹੜਾ ਕ੍ਰਸ਼ਰ ਵਾਲਾ ਜਾਂ ਕੋਈ ਹੋਰ ਮਾਈਨਿੰਗ ਵਾਲਾ ਠੇਕੇਦਾਰ ਜਾਂ ਹੋਰ ਇਹਦੇ ਵਿੱਚ ਐਂਟਰ ਨਹੀਂ ਕਰਨਗੇ, ਇਹ ਐਕਸਕਲੂਸਿਵਲੀ ਮਤਲਬ ਮੈਂ ਹੋਰ ਥੋੜਾ ਕਲੀਅਰ ਕਰਾਂ, ਜਿੱਦਾਂ ਆਪਣੀ ਮੰਡੀ ਹੈ, ਆਪਣੀ ਮੰਡੀ 'ਚ ਕਿਸਾਨ ਆਉਂਦਾ, ਕੰਜ਼ਿਊਮਰ ਸਿੱਧਾ ਲੈ ਕੇ ਜਾਂਦਾ ਆ, ਸੋ ਇਸ ਤਰ੍ਹਾਂ ਇਹ ਕੰਜ਼ਿਊਮਰਸ ਵਾਸਤੇ ਆਊਟਲੈਟ ਖੋਲੇ ਆ। ਡੈਫੀਨੇਟਲੀ ਮੈਂ ਇਕਨੋਮਿਕਸ ਪੜ੍ਹੀ ਹੈ PhD ਤੱਕ, ਡੈਫੀਨੇਟਲੀ 5.5 ਤੱਕ ਪ੍ਰਾਈਸ ਦੇਵਾਂਗੇ ਅਸੀਂ, ਇਹਦੇ ਵਿੱਚ ਕੋਈ ਨਹੀਂ ਹੈ ਪ੍ਰਾਈਸ। ਸੁਖਦੇਵ ਜੀ ਬੜੇ ਦੇਰ ਦਾ ਕੁਝ ਕਹਿਣਾ ਚਾਹ ਰਹੇ ਨੇ, ਸੁਖਦੇਵ ਠੀਕ ਹੈ ਇੱਕ ਵਾਰ ਤੁਸੀਂ ਕਲੀਅਰ ਨਹੀਂ ਕਰ ਰਹੇ ਹੋ, ਇਹਦੇ ਵਿੱਚ ਸਰਕਾਰੀ ਕਰਮਚਾਰੀ ਰੇਤਾ ਵੇਚਣਗੇ, ਇਹਨਾਂ ਦੀ ਆਪਰੇਸ਼ਨ ਐਂਡ ਮੇਨਟੇਨੈਂਸ ਐਂਡ ਸੇਲ, ਮੈਂ ਕਿਸੇ ਪ੍ਰਾਈਵੇਟ ਸਰਕਾਰੀ ਕਰਮਚਾਰੀ ਉੱਥੇ ਨਿਗਰਾਨੀ ਰੱਖਣਗੇ, ਰਸੀਦ ਕੱਟਣਗੇ, ਵਸੂਲੀ ਕਰਨਗੇ, ਪਰ ਉਹ ਇਹ ਤੁਹਾਡੇ ਵਾਂਗੂ ਨਹੀਂ ਜਿਹਦਾ ਤੁਹਾਡੇ ਗੱਠਜੋੜ ਨਹੀਂ ਨਾ, ਕੌਣ ਕਰੇਗਾ? ਸ਼੍ਰੋਮਣੀ ਅਕਾਲੀ ਭਾਜਪਾ ਗੱਠਜੋੜ ਜਿਹਦਾ ਮੰਡੀ ਬੋਰਡ ਨੂੰ ਰੇਤਾ ਵੇਚਣ ਲਾਤਾ। ਚਲੋ ਸਿਸਟਮ ਕੀ ਹੋਏਗਾ ਇੱਕ ਵੱਡਾ ਕੁਐਸਚਨ ਹੈ। ਹਾਂ ਮਤਲਬ ਗੱਲ ਮੈਂ ਉਹੀ ਯਾਰ, ਆਪਰੇਸ਼ਨ ਸੇਲਸ ਤੇ ਮੇਨਟੇਨੈਂਸ ਕੌਣ ਕਰੇਗਾ ਦੱਸੋ? ਨਹੀਂ ਉੱਥੇ ਕਰਮਚਾਰੀ ਹੋਣਗੇ, ਸਰਕਾਰੀ ਕਰਮਚਾਰੀ ਹੋਣਗੇ, ਮੈਂ ਥੋੜਾ ਜਵਾਬ ਦੇਤਾ ਤੁਹਾਨੂੰ। ਮੈਂ ਸੁਖਦੇਵ ਜੀ ਦਾ ਰੁਕ ਕਰਦਾ ਇੱਕ ਵਾਰੀ, ਸੁਖਦੇਵ ਜੀ ਹੋਣਗੇ, ਸੁਖਦੇਵ ਜੀ ਦੇਖੋ ਗੱਲ ਇਹ ਹੈ ਗੌਰਵ ਜੀ, ਪਹਿਲਾਂ ਤਾਂ ਮੈਂ ਨਾ ਸੋਹੀ ਸਾਹਿਬ ਨੂੰ ਜਵਾਬ ਦੇ ਦਵਾਂ ਵੀ ਬੜੀਆਂ ਪੋਲੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਮੈਂ ਇੱਕ ਗੱਲ ਦੱਸ ਦਿਆਂ, ਉਹ 45 MLA ਦੀਆਂ ਫਾਈਲਾਂ ਵੀ ਕੈਪਟਨ ਅਮਰਿੰਦਰ ਸਿੰਘ, ਉਹਨੇ ਕੈਪਟਨ ਅਮਰਿੰਦਰ ਸਿੰਘ ਵੀ ਤੁਹਾਡਾ, ED ਵੀ ਤੁਹਾਡੀ ਹੋਈ ਹੈ, ਠੀਕ ਹੈ ਨਾ, ਉਹਦੇ ਕਰ ਲਓ ਐਕਟ। ਦੂਜੀ ਗੱਲ ਜਿਹੜੀ ਤੁਹਾਡੀ ਗੱਲ ਚ ਨਹੀਂ ਬੋਲਿਆ, ਪਲੀਜ਼ ਇੱਕ ਕਰਕੇ ਸੋਈ ਸਾਹਿਬ ਥੋੜੀ ਜਿਹੀ ਵੇਟ ਕਰਿਓ, ਤੁਹਾਡਾ ਪੂਰਾ ਸਮਾਂ ਦੇ ਰਹੇ ਆਪਾਂ, ਬਲਟੋਹਾ ਸਾਹਿਬ ਵੀ ਵੇਟ ਕਰ ਰਹੇ ਨੇ, ਆਪਾਂ ਇੱਕ ਡੈਕੋਰਮ ਤਾਂ ਜ਼ਰੂਰ ਰੱਖੀਏ ਕਿ ਇੱਕ ਕਰਕੇ ਬੋਲੀਏ, ਲੋਕਾਂ ਨੂੰ ਸਮਝ ਆਵੇ। ਇਨਫੈਕਟ ਤੁਸੀਂ ਔਰ ਸੁਖਦੇਵ ਜੀ ਸਕਾਈਪ ਦੇ ਜ਼ਰੀਏ ਜੁੜੇ ਹੋਏ ਹੋ, ਤੇ ਜੇ ਦੋਵੇਂ ਇਕੱਠੇ ਬੋਲੋਗੇ ਤਾਂ ਦੋਵਾਂ ਦੀ ਆਵਾਜ਼ ਨਹੀਂ ਪਹੁੰਚੇਗੀ ਦਰਸ਼ਕਾਂ ਤੱਕ, ਇਸ ਕਰਕੇ ਰਿਕੁਐਸਟ ਹੈ ਕਿ ਆਪਾਂ ਇਸ ਚੀਜ਼ ਨੂੰ ਜ਼ਿਹਨ ਦੇ ਵਿੱਚ ਜ਼ਰੂਰ ਰੱਖੀਏ। ਸੁਖਦੇਵ ਜੀ। ਗੌਰਵ ਜੀ ਦੂਜੀ ਗੱਲ ਪਤਾ ਕੀ ਹੈਗੀ ਹੈ, ਜਿਹੜੀ ਬਾਰ-ਬਾਰ ਆਪਣਾ ਸੰਘੇੜਾ ਸਾਹਿਬ ਕਰਦੇ ਨੇ ਨਾ ਵੀ ਦੇਖੋ ਜੀ ਕਰਪਸ਼ਨ ਸੀ, ਜੇ ਸੀ ਉਹ ਸੀ, ਇਹ ਪਹਿਲਾਂ ਤੋਂ ਕਰਦੇ ਕਹਿੰਦੇ ਆਉਂਦੇ ਆ। ਇਹ ਜਦੋਂ ਸਰਕਾਰ ਨਹੀਂ ਸੀ ਨਾ ਬਣੀ, ਇਹ ਕਹਿੰਦੇ ਹੁੰਦੇ ਸੀ ਵੀ ਅਕਾਲੀ ਦਲ ਤੇ BJP ਦੇ ਸਰਕਾਰ ਨੇ ਜਿਹੜਾ ਹੈਗਾ, ਜਿਹੜੇ PPA ਕੀਤੇ ਡਿਫੈਕਟਿਵ ਨੇ, ਮੈਂ ਵੀ ਕਹਿੰਦਾ ਡਿਫੈਕਟਿਵ ਹੈ, ਪਰ ਇਹ ਕਹਿੰਦੇ ਸੀ ਵੀ ਹੁਣ ਕਮਿਸ਼ਨ ਕਾਂਗਰਸ ਨੂੰ ਮਿਲਣ ਲੱਗ ਗਿਆ, ਇਹ ਚੁੱਪ ਕਰ ਗਏ, ਔਰ ਜਿੱਦੇ ਅਸੀਂ ਆ ਗਏ ਉਸੇ ਦਿਨ ਅਸੀਂ ਉਹ ਰਿਜੈਕਟ ਕਰ ਦਾਂਗੇ, ਕਰਤੇ। 11 ਮਹੀਨੇ ਹੋ ਗਏ, ਹੁਣ ਕਮਿਸ਼ਨ ਕਿਹਦੇ ਕੋਲ ਆਉਂਦਾ? ਇਹਨਾਂ ਕੋਲ ਆਉਂਦਾ, ਜਦ ਐਡਮਿਟ ਕਰਨੀ ਕਮਿਸ਼ਨ ਆਉਂਦਾ ਇਹਨਾਂ ਨੂੰ। ਅਗਲੀ ਗੱਲ, ਜਿਹੜੀ ਗੱਲ ਅਸੀਂ ਬਾਰ-ਬਾਰ ਇਹ ਕਹਿ ਰਹੇ ਨੇ ਨਾ, ਆਪਣੇ 12 ਰੁਪਏ ਜਾਂ 15 ਰੁਪਏ ਤੇ ਅਕਾਲੀ ਦਲ BJP ਵਾਲੇ, ਦੇਖੋ ਹੁਣ ਨਾ ਤਾਂ ਕਿਸੇ ਨੇ ਉਸ ਟਾਈਮ ਤੇ ਜਾਣਾ, ਇਹ ਜਿਹੜੀ ਅੱਗ ਲਾਈ ਸੀ ਨਾ ਰੇਤੇ ਦੇ ਰੇਟਾਂ ਨੂੰ, ਉਸ ਟਾਈਮ ਦੇ ਉੱਤੇ ਮਾਈਨਿੰਗ ਮਿਨਿਸਟਰ BJP ਦਾ ਹੁੰਦਾ ਸੀ, ਜਿਹੜੇ ਸੋਹੀ ਸਾਹਿਬ ਗੱਲਾਂ ਕਰਦੇ ਨੇ, ਮਾਈਨਿੰਗ ਮਿਨਿਸਟਰ BJP ਦਾ ਹੁੰਦਾ ਸੀ ਉਸ ਭਾਈਵਾਲ ਦੀ ਸਰਕਾਰ ਦੇ ਵਿੱਚ। ਔਰ ਜੋ ਉਹ ਉਸ ਟਾਈਮ ਤੇ ਹੋਇਆ, ਜੋ ਰੇਤਾ ਅਕਾਲੀ ਦਲ BJP ਦੇ ਟਾਈਮ ਦੇ ਰੇਤਾ ਮਹਿੰਗਾ ਵਿਕਿਆ ਨਾ, ਕਿਸੇ ਵੀ ਸਮੇਂ ਦੇ ਉੱਤੇ ਮਹਿੰਗਾ ਨਹੀਂ ਵਿਕਿਆ। ਇਹ ਅੱਜ ਹੁਣ 12 ਦੀ 15 ਦੀ ਦੇਣਦਾਰੀਆਂ ਵੀ ਬਲਟੋਹਾ ਸਾਹਿਬ ਕਹਿੰਦੇ, ਬਲਟੋਹਾ ਸਾਹਿਬ ਬੜੇ ਸੀਨੀਅਰ ਬੰਦੇ ਆ, ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ। ਜੋ ਕੁਝ ਹੋਇਆ ਉਹ ਲੋਕਾਂ ਨੇ ਵੀ ਦੇਖਿਆ, ਲੋਕਾਂ ਨੇ ਭੁਗਤਿਆ ਵੀ ਹੈ।
ਔਰ ਇਸ ਕਰਕੇ ਮੇਰੀ ਤਾਂ ਗੱਲ ਬੇਨਤੀ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹੀ ਹੈ ਵੀ ਇਹਨਾਂ ਨੇ ਕਿਹਾ ਬਹੁਤ ਕੁਝ ਹੈ। ਇਹ ਕਹਿੰਦੇ ਸੀ ਵੀ ਜਿੱਦੇ ਸਾਡੀ ਸਰਕਾਰ ਆ ਗਈ ਸੁਖ ਬਿਲਾਸ ਦੇ ਵਿੱਚ ਸਕੂਲ ਚੱਲੂਗਾ। 11.5 ਮਹੀਨੇ ਹੋ ਗਏ, ਇੱਕ ਪਲੰਗ ਵੀ ਨਹੀਂ ਪੱਟੀ ਇਹਨਾਂ ਨੇ ਉਧਰ ਨੂੰ ਵੀ ਉਹ ਸਕੂਲ ਉਧਰ ਬਣ ਜਾਵੇ ਸੁਖ ਬਿਲਾਸ ਵੱਲ, ਨਾ ਹੀ ਇਹ ਸੁਖ ਬਿਲਾਸ ਵੱਲ ਝਾਕੇ ਨੇ। ਇਸ ਕਰਕੇ ਕਹੀ ਅੱਜ ਜੋ ਮਰਜ਼ੀ ਜਾਣ, ਪਹਿਲਾਂ ਵੀ ਕਹਿੰਦੇ ਰਹੇ, ਹੁਣ ਵੀ ਕਹਿੰਦੇ ਆ। ਜਦੋਂ ਧਰਾਤਲ ਦੇ ਉੱਤੇ ਆਪਣਾ ਇੰਪਲੀਮੈਂਟ ਹੋਣਾ ਗੱਲਾਂ ਦਾ ਉਦੋਂ ਹੀ ਪਤਾ ਲੱਗਣਾ, ਕਿਉਂਕਿ ਬਾਰ-ਬਾਰ ਮੰਤਰੀ ਬਦਲ ਕੇ ਕਦੇ 28.5 ਰੁਪਏ ਵਾਲਾ ਡੀਪੂ ਖੋਲ ਲੈਂਦੇ ਆ, ਕਦੇ 5.5 ਰੁਪਏ ਵਾਲਾ ਡੀਪੂ ਖੋਲ ਲੈਂਦੇ ਆ। ਕਿਹੜਾ ਲਾਗੂ ਹੋਊਗਾ ਕਿਹੜਾ ਨਹੀਂ ਲਾਗੂ ਹੋਊਗਾ? ਠੀਕ ਹੈ, ਚਲੋ ਤੁਹਾਨੂੰ ਪੋਸੀਬਿਲਿਟੀ ਨਜ਼ਰ ਆਉਂਦੀ ਹੈ ਕਿ ਨਹੀਂ ਕਾਂਗਰਸ ਨੂੰ, ਸੁਖਦੇਵ ਜੀ? ਮੈਂ ਕਿਹਾ 5.5 ਰੁਪਏ ਪੋਸੀਬਿਲਿਟੀ ਨਹੀਂ, ਅਸੀਂ ਤਾਂ 5.5 ਵੇਚਿਆ, ਸਾਨੂੰ ਤਾਂ ਪਤਾ ਵਿਕ ਸਕਦਾ। ਤੁਸੀਂ ਕਹਿ ਰਹੇ ਹੋ 5.5 ਕਹਿ ਕੇ ਬਿਲਕੁਲ ਰਿਐਕਸ਼ਨ ਦਿਓ ਪਲੀਜ਼। ਮੈਂ 5.5 ਕਹਿ ਕੇ 32 ਦਾ ਹੀ ਵੇਚਿਆ, 32 ਦਾ 35 ਦਾ ਹੀ ਉਦੋਂ ਵਿਕਦਾ ਸੀਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਪਤਾ ਨਹੀਂ ਇਹਨਾਂ ਨੂੰ ਕਾਂਗਰਸ ਨੂੰ ਬਹੁਤਾ ਹੀ ਡਰ ਲੱਗੀ ਜਾਂਦਾ। ਤੁਹਾਡੀ ਤਾਂ ਵਾਰੀ ਆਉਣੀ ਨਹੀਂ ਹੁਣ, ਕਿਉਂਕਿ ਤੁਹਾਡੇ ਜਿਹੜਾ ਸਾਰਾ ਕੁਝ ਦੇਖਣਾ ਖਿੰਡਰ ਗਿਆ ਦੀ ਬੀਜੇਪੀ ਤੁਹਾਨੂੰ ਧੂ ਕੇ ਲੈ ਗਈ, ਤੁਹਾਡੇ ਸਾਰੇ ਬੰਦਿਆਂ ਨੂੰ ਖਰੀਦ ਕੇ ਲੈ ਗਈ ਜਾਂ ਡਰਾ ਕੇ ਲੈ ਗਈ ਆ। ਮੈਂ ਗੌਰਵ ਜੀ ਬਾਰ-ਬਾਰ ਉਹੀ ਗੱਲ ਕਹਿ ਰਿਹਾ ਵੀ ਇਹ ਆਪਣੇ ਮੁੱਖ ਮੰਤਰੀ ਨਾਲ ਸਾਡੇ ਮੁੱਖ ਮੰਤਰੀ ਨੂੰ ਕੰਪੇਅਰ ਕਰਨ। ਜੋ ਕਿਹਾ ਉਹੀ ਕੀਤਾ ਆ, ਸਵਾਏ ਇੱਕ ਜਿਹੜੀ ਬਟੋਹਾ ਸਾਹਿਬ ਨੇ ਗੱਲ ਕਹੀ ਆ, ਮੈਂ ਉਹਦਾ ਵੀ ਜਵਾਬ ਦੇ ਦੇਵਾਂ। ਮੈਂ ਪਹਿਲਾਂ ਰਹਿ ਗਿਆ ਸੀਗਾ ਜਿਹੜਾ ਕਹਿੰਦਾ ਸੀ ਵੀ ਕੇਜਰੀਵਾਲ ਸਾਹਿਬ ਕਹਿੰਦੇ ਆ 20,000 ਆਏਗਾ, 30,000 ਆਏਗਾ। ਬਟੋਹਾ ਸਾਹਿਬ ਸਿਰਫ 10 ਮਹੀਨੇ ਹੋਏ ਆ ਜੇ ਤਬਦੀਲੀ ਕਰਨ ਲਈ ਵਕਤ ਲੱਗਦਾ ਹੁੰਦਾ ਆ। ਬਹੁਤ ਚੀਜ਼ਾਂ 'ਚ ਸੁਧਾਰ ਕੀਤਾ। ਮੈਂ 5 ਮੰਗਾਂ ਦੱਸ ਚੁੱਕਾ ਆ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਲਾਗੂ ਕਰਤੀਆਂ, ਐਲਾਨ ਕੀਤਾ, ਤੁਸੀਂ ਕੁਐਸਚਨ ਚੱਕੇ, ਲਾਗੂ ਹੋ ਗਈਆਂ, ਸਾਰਿਆਂ ਦੀ ਜ਼ੁਬਾਨ ਬੰਦ ਹੋ ਗਈ। ਅਸੀਂ ਨਵਾਂ ਐਲਾਨ ਕੀਤਾ, ਫਿਰ ਤੁਸੀਂ ਕੁਐਸਚਨ ਚੱਕੇ, ਅਸੀਂ ਲਾਗੂ ਕਰਤੀਆਂ ਉਹ। ਤੇ ਇਹ ਵੀ ਇਦਾਂ ਹੀ ਲਾਗੂ ਕਰਾਂਗੇ। ਲਗਾਤਾਰ ਮੁੱਖ ਮੰਤਰੀ ਸਾਹਿਬ ਇੰਪਲੋਇਮੈਂਟ ਦੇਈ ਜਾਂਦੇ ਆ। 560 ਨੌਕਰੀਆਂ ਖਾਲੀ ਹੋਈਆਂ ਜਾਂ ਨਿਕਲੀਆਂ ਉਹ ਭਰ ਲੈ। 25,000 ਤੱਕ ਨੌਕਰੀਆਂ ਮੁੱਖ ਮੰਤਰੀ ਸਾਹਿਬ ਦੇ ਚੁੱਕੇ ਆ। ਤੁਸੀਂ ਇੱਕ ਦੋਸ਼ ਲਾ ਕੇ ਦਿਖਾ ਲਓ। ਮੁੱਖ ਮੰਤਰੀ ਸਾਹਿਬ ਨੇ ਆਪਣੇ ਮੂੰਹੋਂ ਕਿਹਾ ਆ ਕਿ ਸਾਰੇ ਹੀ ਕੰਮ ਕਰਾਂਗੇ, ਔਰ ਮੈਜੋਰਟੀ ਗੱਲ ਅਸੀਂ ਕਰ ਚੁੱਕੇ ਆ। ਅਸੀਂ 5.5 ਰੁਪਏ ਐਲਾਨ ਕੀਤਾ, ਮੁੱਖ ਮੰਤਰੀ ਸਾਹਿਬ ਹੀ ਉਦਘਾਟਨ ਕਰਨਗੇ, ਉਹਨਾਂ ਦੀ ਅਗਵਾਈ 'ਚ ਅਸੀਂ ਲਾਗੂ ਕਰਾਂਗੇ, ਲਾਗੂ ਕਰਾਂਗੇ। ਮੈਂ ਦਾਅਵੇ ਨਾਲ ਕਹਿ ਰਿਹਾ ਇੰਪਲੀਮੈਂਟੇਸ਼ਨ ਦੇ ਉੱਤੇ ਹੀ ਸਭ ਨੂੰ ਕੁਐਸਚਨ ਮਾਰਕ ਹੈ। ਵਲਟੋਹਾ ਜੀ, ਜੋ ਤੁਸੀਂ ਜ਼ਿਕਰ ਕਰ ਰਹੇ ਸੀ, ਕਹਿੰਦੇ ਰੁਕੋ, 10 ਮਹੀਨੇ ਹੋਏ ਨੇ, ਸਿਰਫ 10 ਮਹੀਨੇ ਹੋਏ ਨੇ ਕਿ ਸਭ ਕੁਝ ਹੋਏਗਾ। ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ 20,000 ਕਰੋੜ ਜਾਂ 30,000 ਕਰੋੜ। ਗੌਰਵ ਜੀ, ਮੇਰਾ ਖਿਆਲ ਹੈ ਕਿ ਸਾਰੇ ਸੱਜਣਾ ਨੇ ਹਿਸਟਰੀ ਜਾਂ ਇਤਿਹਾਸ ਜਿਹੜਾ ਆ ਉਹ ਪੜ੍ਹਿਆ ਹੋਣਾ, ਤੇ ਮੇਰਾ ਮੁਹੰਮਦ ਤੁਗਲਕ ਦਾ ਨਾਮ ਵੀ ਸੁਣਿਆ ਹੋਣਾ। ਤੇ ਮੁਹੰਮਦ ਤੁਗਲਕ ਦੇ ਫੈਸਲੇ ਜਿਹੜੇ ਹੈ, ਜਦੋਂ ਉਹਨੇ ਐਲਾਨ ਕੀਤੇ ਜਾਂ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਦਾ ਕੀ ਖਮਿਆਜ਼ਾ ਦੇਸ਼ ਨੂੰ ਭੁਗਤਣਾ ਪਿਆ, ਉਸ ਸਮੇਂ ਦੀ ਮੈਂ ਗੱਲ ਕਰਦਾ ਜਦੋਂ ਮੁਹੰਮਦ ਤੁਗਲਕ ਬਾਦਸ਼ਾਹ ਸੀਗਾ। ਤੇ ਹੁਣ ਮੁਹੰਮਦ ਤੁਗਲਕੀ ਫੈਸਲੇ ਕਰਨ ਦੇ ਆ, ਆਪੇ ਕਰਕੇ ਤੇ ਆਪੇ ਤਾੜੀਆਂ ਮਾਰੀ ਜਾਂਦੇ ਆ, ਮਾਰੀ ਜਾਓ। ਹੁਣ ਮੇਰੀ ਇੱਕੋ ਸਵਾਲ ਹੈ, ਮੈਂ ਉਸ ਪਾਸੇ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਰੇਤਾ ਵਾਲੇ ਮਾਮਲੇ ਤੇ ਜਿੰਨੀ ਕੁ ਡਿਸਕਸ਼ਨ ਹੋਣੀ ਸੀ ਹੋ ਗਈ। ਹੁਣ ਮੈਨੂੰ ਇਸ ਗੱਲ ਦਾ ਦੱਸਦੇ ਨੇ, ਕਹਿੰਦੇ ਆ ਜੀ ਤੁਸੀਂ ਸਾਡੇ ਤੇ ਸਵਾਲ ਉਠਾਉਂਦੇ ਸੀ, ਅਸੀਂ ਬਿਜਲੀ ਫ੍ਰੀ ਕਰਤੀ। ਤੇ ਗੌਰਵ ਜੀ, ਘੱਟੋ ਘੱਟ ਤੁਸੀਂ ਦੱਸ ਦਿਆ ਕਰੋ, ਤੁਸੀਂ ਤੇ ਪੰਜਾਬ ਨੂੰ ਬਚਾਉਣ ਦੀ ਆਵਾਜ਼ ਚੱਕਦੇ ਜੇ, ਸਵੇਰੇ ਤੜਕੇ ਆਣ ਕੇ ਖੜਦੇ ਜੇ, ਰਾਤ ਨੂੰ ਪਤਾ ਨਹੀਂ ਜਾ ਕੇ ਕਦੋਂ ਸੌਂਦੇ ਜੇ। ਕਰਨਾ ਤਾਂ ਪੰਜਾਬ ਦਾ ਭਲਾ ਤੋਂ ਹੈ, ਤੇ ਪੰਜਾਬ ਦੇ ਲੋਕਾਂ ਨੂੰ ਇਹ ਦੱਸੋ ਕਿ ਪੰਜਾਬ ਦੇ ਲੋਕੋ ਬਿਜਲੀ ਕੋਈ ਫ੍ਰੀ ਨਹੀਂ ਜੇ। 30,000 ਕਰੋੜ ਰੁਪਇਆ ਜਿਹੜਾ ਆ ਬਿਜਲੀ ਬੋਰਡ ਨੂੰ ਜਿਹੜਾ ਬਣਦਾ ਆ ਮੁਫਤ ਬਿਜਲੀ ਵਾਲਾ, ਤੇ ਹੋਰ ਸਬਸਿਡੀਆਂ ਪਾ ਕੇ ਅਜੇ ਤੱਕ ਆਮ ਆਦਮੀ ਪਾਰਟੀ ਨੇ ਬਿਜਲੀ ਬੋਰਡ ਨੂੰ ਜਮ੍ਹਾਂ ਨਹੀਂ ਕਰਵਾਇਆ, ਤੇ ਬਿਜਲੀ ਬੋਰਡ ਦਾ ਭੱਠਾ ਬੈਠਣ ਵਾਲਾ ਆ। ਔਰ ਮੈਂ ਨਹੀਂ ਕਹਿੰਦਾ, ਇਹ ਬਿਜਲੀ ਬੋਰਡ ਦੀ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਹੈ ਉਹ ਕਹਿੰਦੀ ਹੈ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਦਾ ਭੱਠਾ ਬਿਠਾਉਣ ਵਾਲੇ ਦੇ ਪਾਸੇ ਤੁਰੀ ਹੋਈ ਆ, ਔਰ ਪਤਾ ਨਹੀਂ ਕਿੱਥੋਂ ਲਿਆਣ ਕੇ ਗੈਰ ਪੰਜਾਬੀ ਉੱਥੇ ਬਿਠਾ ਦਿੱਤੇ ਨੇ ਬਿਜਲੀ ਬੋਰਡ ਦੇ ਵਿੱਚ। ਇਹ ਤੁਹਾਡੀ ਕਾਰਗੁਜ਼ਾਰੀ ਹੈ ਆਪਣੇ ਸੰਘੇੜਾ ਸਾਹਿਬ। ਅੱਗੇ ਅੱਜ ਤੁਸੀਂ ਕਹਿੰਦੇ ਜੀ ਅਸੀਂ ਆਮ ਆਦਮੀ ਕਲੀਨਿਕ ਖੋਲਤੇ। ਯਾਰ ਬਣੀਆਂ ਬਣਾਈਆਂ ਚੀਜ਼ਾਂ ਦੇ ਉੱਤੇ ਰੰਗ ਰੋਗਨ ਫੇਰ ਕੇ ਤੁਸੀਂ ਕਹਿੰਦੇ ਜੇ ਬਣਾਤੇ ਜੀ। ਹਾਂਜੀ, ਨਾਂ ਬਦਲਿਆ, ਕੇਵਲ ਨਾਂ ਬਦਲਿਆ ਆ, ਰੰਗ ਰੋਗਨ ਕਰਕੇ ਉੱਤੇ ਨਾਂ ਲਿਖਤਾ। ਭਗਵੰਤ ਮਾਨ ਦੀ ਫੋਟੋ ਲੱਗੀ ਹੈ, ਇੱਕ ਥਾਂ ਤੇ ਤੁਸੀਂ ਇੱਟ ਤੱਕ ਨਹੀਂ ਲਾਈ। ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਜੀ? ਬੱਚੀਆਂ ਨੂੰ, ਜਿਨ੍ਹਾਂ ਬੱਚੀਆਂ ਦੇ ਵਿਆਹ ਹੋਏ ਆ ਸ਼ਗਨ ਸਕੀਮ ਵਾਲੇ, ਉਹਨਾਂ ਦੇ ਘਰੇ ਨਿਆਣੇ ਹੋ ਗਏ ਆ, ਅਜੇ ਤੱਕ ਤੁਸੀਂ 10.5 ਮਹੀਨਿਆਂ 'ਚ ਇੱਕ ਬੀਬੀ ਨੂੰ ਸ਼ਗਨ ਨਹੀਂ ਦਿੱਤਾ। ਇੱਕ ਬੀਬੀ ਨੂੰ, ਜਿਹੜੀ 1997 'ਚ ਸਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ਗਨ ਸਕੀਮ ਸ਼ੁਰੂ ਕੀਤੀ ਸੀ। ਹੁਣ ਤੁਸੀਂ ਵਾਰ-ਵਾਰ ਪਤਾ ਨਹੀਂ ਉਦੋਂ ਜਿਉਂ ਲੱਗਦੇ ਸੀ ਜੀ ਰੇਤਾ ਮਾਫੀਆ, ਅਕਾਲੀ ਦਲ ਜੀ ਰੇਤਾ ਮਾਫੀਆ ਜੀ। ਅਸੀਂ ਜੋ ਦਿੱਤਾ ਅੱਜ ਵੀ ਰਿਕਾਰਡ ਬੋਲਦੇ ਆ, ਅੱਜ ਵੀ ਰਿਕਾਰਡ ਬੋਲਦੇ ਆ। ਔਰ ਤੁਸੀਂ ਲੋਕਾਂ ਨੇ ਕਿਹਾ ਸੀ ਕਿ ਬਿਜਲੀ ਸਮਝੌਤੇ, ਚਾਹੇ ਉਹ ਤੁਹਾਡਾ ਕੀ ਕੌਣ ਹੈ, ਉਹ ਕਿਹੜਾ ਇੱਕ ਤੁਹਾਡਾ ਮੰਤਰੀ ਹੈ
ਆਮਣਾ ਰੋੜਾ ਮੈਂ ਪ੍ਰਾਈਵੇਟ ਬਿੱਲ ਲਿਆਉਂਗਾ ਜੀ, ਬਿਜਲੀ ਸਮਝੌਤੇ ਰੱਦ ਹੋਣੇ ਚਾਹੀਦੇ, ਕਿੱਦਣ ਕਰਨੇ ਚ ਰੱਦ? ਇਹੀ ਲੈ ਆਓ, ਬਾਈਕ ਇਜਲਾਸ ਚ ਲੈ ਆਓ, ਕਰੋ ਬਿਜਲੀ ਸਮਝੌਤੇ ਰੱਦ, ਜਾਂ ਪੰਜਾਬ ਦੇ ਲੋਕਾਂ ਕੋਲ ਮਾਫੀ ਮੰਗੋ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਬਿਜਲੀ ਠੀਕ ਹੈ, ਚਲੋ ਜਵਾਬ ਲੈ ਲਈਏ। ਤੁਸੀਂ ਜੇ ਕਿਸੇ ਨੇ ਗਲਤ ਬਣਾਏ ਆ, ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਨਹੀਂ ਦਿੱਤਾ, ਕਿੰਨਾ ਮੇਰੀ ਗੱਲ ਦਾ ਜਵਾਬ ਦਿਆ ਜੇ ਸੱਜੇ ਖੱਬੇ ਨਾ ਜਾਇਆ ਜੀ। ਲੁੱਟ ਖਸੁੱਟ ਹੋਈ, ਸਾਰੇ ਪੰਜਾਬ ਨੂੰ ਤੁਸੀਂ ਲੁੱਟ ਕੇ ਖਾ ਗਏ। ਤੁਸੀਂ ਇਹ ਯਾਰ ਗੱਲ ਕਰੀ ਰਹੀ ਜੀ, ਲੋਕ ਇੱਕੋ ਸ਼ਬਦ ਰਹਿ ਗਿਆ, ਕੋਈ ਗੱਲ ਕਰੋ, ਬੰਦਿਆਂ ਦੀ ਗੱਲ ਕਰੋ, ਕੋਈ ਜਵਾਬ ਦਿਓ, ਗਰੀਬ ਤੇ ਲੋਕ ਹੋ ਗਈ ਜੀ, ਲੋਕ ਹੋ ਗਈ ਜੀ। ਵਿਜੀਲੈਂਸ ਵਿਭਾਗ ਜਿਹੜੇ ਵੀ ਪੁਰਾਣੇ ਮੰਤਰੀ ਨੂੰ ਹੱਥ ਲਾਉਂਦਾ ਹੈ, ਕਰੋੜਾਂ ਰੁਪਏ ਡਿੱਗਦੇ ਆ ਉੱਥੋਂ, ਥੱਲੇ ਨੂੰ ਪੈਸੇ ਹੀ ਡਿੱਗੀ ਜਾਂਦੇ ਆ, ਪਤਾ ਨਹੀਂ ਕਿੱਥੋਂ ਆ ਗਏ, ਪਤਾ ਨਹੀਂ ਪ੍ਰਿੰਟਿੰਗ ਮਸ਼ੀਨਾਂ ਲਾਈਆਂ ਸੀ ਜਾਂ ਕੀ ਸੀਗਾ। ਮੈਂ ਤਾਂ ਇਹ ਗੱਲ ਕਹਿਣਾ ਹੈ ਕਿ ਜੋ ਕੁਝ ਅਸੀਂ ਕੀਤਾ ਆ ਉਹਨੇ ਬੜਾ ਕੁਝ ਨਿਕਲੂਗਾ, ਐਲਾਨ ਕਰਦੇ ਉਹਨੂੰ ਲਾਗੂ ਕਰਦੇ ਆ ਹੁਣ ਐਲਾਨ ਕੀਤਾ, ਇਹਨੂੰ ਵੀ ਲਾਗੂ ਕਰਾਂਗੇ। ਮੈਂ ਗੌਰਵ ਜੀ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਬਟੂਹਾ ਸਾਹਿਬ ਨੇ ਬਿਲਕੁਲ ਹੀ ਹੁਣ ਭੰਡੀ ਪ੍ਰਚਾਰ ਸ਼ੁਰੂ ਕਰਤਾ ਹੈ। ਜਿਹੜਾ ਸੋਨਾ ਪੈਂਦਾ ਨਾ ਕਹਿ ਰਹੇ ਆ ਉੱਥੇ ਘਾਹ ਉੱਗਿਆ ਹੋਇਆ, ਸਰਕਾਰੀ ਬਿਲਡਿੰਗ ਵਰਤਣ ਚ ਕੀ ਹਰਜ ਹੈ? ਘਾਹ ਉੱਗਿਆ ਸੀਗਾ ਅੰਦਰ ਵੀ ਬਾਹਰ ਵੀ, ਉਹਨਾਂ ਬਿਲਡਿੰਗਾਂ ਨੂੰ ਰਿਪੇਅਰ ਕਰਕੇ ਫ੍ਰੀ ਦਵਾਈ। ਠੀਕ ਹੈ, ਪਰ ਸੰਗੜਾ ਸਾਹਿਬ ਦੇਖੋ ਲੋਕਾਂ ਨੇ ਡਿਬੇਟ ਬਿਜਲੀ ਵਾਲੇ ਮੁੱਦੇ ਤੇ ਵੀ ਸੁਣੀ ਹੈ, ਲੋਕਾਂ ਨੇ ਡਿਬੇਟ ਮੁਹੱਲਾ ਕਲੀਨਿਕ ਤੇ ਵੀ ਸੁਣੀ ਹੈ, ਇਸ ਕਰਕੇ ਮੈਂ ਤਾਂ ਰਿਕੁਐਸਟ ਕਰ ਰਿਹਾ ਕਿ ਰੇਤੇ ਦੇ ਉੱਤੇ ਰੱਖੀਏ। ਬੜਾ ਸੁਪਨਾ ਹੁੰਦਾ ਲੋਕਾਂ ਦਾ, ਦਵਾਈ ਮਿਲ ਰਹੀ ਹੈ ਉਹਦੀ ਗੱਲ ਹੀ ਨਹੀਂ ਕਰ ਰਹੇ, ਕਹਿੰਦੇ ਬਿਲਡਿੰਗ। ਠੀਕ ਹੈ ਬਲਟੋਹਾ ਸਾਹਿਬ, ਇੱਕ ਛੋਟਾ ਜਿਹਾ ਰਿਐਕਸ਼ਨ ਦੇ ਦਿਓ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਕਨਕਲੂਡ ਕਰਨਾ। ਮੈਂ ਸੋਈ ਸਾਹਿਬ ਆਉਂਗਾ ਤੁਹਾਡੇ ਕੋਲ ਵੀ, ਔਰ ਸੁਖਦੇਵ ਜੀ ਤੁਹਾਡੇ ਕੋਲ ਵੀ। ਬਲਟੋਹਾ ਜੀ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਕਹਿੰਦੇ ਐਲਾਨ ਵੀ ਹੋ ਰਹੇ ਨੇ, ਕੰਮ ਵੀ ਹੋ ਰਹੇ ਨੇ। ਦੇਖੋ ਗੌਰਵ ਜੀ, ਇਹਦਾ ਐਨਾਲਿਸਿਸ ਜਾਂ ਤੁਸੀਂ ਕਰਨਾ ਹੁੰਦਾ ਜਾਂ ਸਾਡੇ ਵਰਗੇ ਲੋਕਾਂ ਨੇ ਕਰਨਾ ਹੁੰਦਾ, ਜਾਂ ਲੋਕੀ ਸਮਝਦਾਰ ਜਿਹੜੇ ਕਰਦੇ ਨੇ, ਆਮ ਜਨਤਾ ਤੇ ਧਾਹਾਂ ਮਾਰਦੀ ਯਾਰ ਕੀ ਕਰ ਬੈਠੇ, ਯਾਰ ਸਾਡਾ ਨਾਲ ਧੋਖਾ ਹੋ ਗਿਆ। ਹੁਣ ਉਹ ਤਾਂ ਧੋਖੇ ਤੱਕ ਸੀਮਤ ਰਹਿ ਜਾਂਦੇ ਵਿਚਾਰੇ, ਜਿੱਥੇ ਵੀ ਜਾਈਦਾ, ਵਿਆਹ ਤੇ ਜਾਈਦਾ, ਖੁਸ਼ੀ ਤੇ ਜਾਈਦਾ, ਗਮੀ ਤੇ ਚਾਹੀਦਾ, ਉੱਥੇ ਹੀ। ਇੱਕ ਗੱਲ ਜ਼ਰੂਰ ਹੈ, ਦੇਖੋ ਮੈਂ ਗੱਲ ਦੱਸਾਂ, ਸਰਕਾਰ ਦਾ ਨਜ਼ਾਰਾ ਵੀ ਆਪਣਾ ਹੁੰਦਾ ਹੈ, ਪਰ ਜਦੋਂ ਜਿਹੜੇ ਵੋਟਾਂ ਪਾਉਣ ਵਾਲੇ ਹੋਣ ਤੇ ਪਵਾਉਣ ਵਾਲੇ ਹੋਣ, ਤੇ ਜਦੋਂ ਉਹ ਚੀਕਾਂ ਮਾਰਦੇ ਹੋਣ, ਉਹਦਾ ਨਜ਼ਾਰਾ ਵੀ ਵੱਖਰਾ ਹੀ ਹੈ। ਕਿ ਸਰਕਾਰ ਤੋਂ ਅੱਜ ਲੋਕ ਇੰਨੀ ਦੁਖੀ ਹੋ ਗਏ ਹੈ ਕਿ ਭਾਵੇਂ ਅਸੀਂ ਚਾਹੁੰਦੇ ਕਿ ਲੋਕ ਖੁਸ਼ ਹੋਣ, ਲੋਕਾਂ ਨੂੰ ਸਹੂਲਤਾਂ ਮਿਲਣ, ਪਰ ਅੱਜ ਲੋਕ ਪਛਤਾ ਰਹੇ ਨੇ। ਹੁਣ ਜਿਹੜੀ ਗੱਲ ਜਿਹੜੇ ਕਹਿੰਦੇ ਕਿ ਅਸੀਂ ਐਲਾਨ ਕਰਦੇ ਹਾਂ, ਇੱਕ ਬੰਨੇ ਤੇ ਇਹ ਇਨਵੈਸਟਮੈਂਟ ਵਾਸਤੇ ਬਾਹਰਲੇ ਸੂਬਿਆਂ 'ਚ ਤੁਰੇ ਫਿਰਦੇ ਹੈ, ਤੇ ਦੂਜੇ ਬੰਨੇ ਜਿਹੜੇ ਪੰਜਾਬ ਦੇ ਇੰਡਸਟਰੀਲਿਸਟ ਨੇ ਉਹ ਯੂਪੀ ਵਾਲੇ ਪਾਸੇ ਜਾ ਰਹੇ ਹੈ। ਨਹੀਂ ਜਾ ਰਹੇ, ਤੁਸੀਂ ਦੱਸ ਦਿਓ। ਠੀਕ ਹੈ, ਮੀਡੀਆ 'ਚ ਖਬਰਾਂ ਨੇ, ਮੀਡੀਆ 'ਚ ਆਣ ਕੇ ਔਰ ਇੱਥੋਂ ਤੱਕ ਉੱਥੇ ਮੀਟਿੰਗਾਂ ਕਰਕੇ ਆਏ ਨੇ ਮੁੱਖ ਮੰਤਰੀ ਦੇ ਨਾਲ, ਇਹ ਕਹਿੰਦੇ ਜੀ ਅਸੀਂ ਬੜਾ ਕੁਝ ਕਰ ਰਹੇ ਹਾਂ। ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ? ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਹੇ ਆ। ਮੈਂ ਕਨਕਲੂਡ ਕਰਨਾ ਹੋਊਗਾ ਮੈਨੂੰ ਇੱਥੇ। ਮੈਂ ਇੱਕ ਵਾਰੀ ਰਿਐਕਸ਼ਨ ਜ਼ਰੂਰ ਸੋਈ ਸਾਹਿਬ ਔਰ ਸੁਖਦੇਵ ਜੀ ਦਾ ਲੈ ਲਵਾਂ। ਪਹਿਲਾਂ ਸੋਈ ਸਾਹਿਬ, ਦੇਖੋ ਮੇਰਾ ਸਵਾਲ ਇਹ ਹੈ ਕਿ ਇੰਪਲੀਮੈਂਟੇਸ਼ਨ ਤੁਸੀਂ ਵੇਟ ਕਰ ਲਓ ਨਾ 5 ਤਰੀਕ ਤੱਕ, ਬੀਜੇਪੀ ਕਾਂਗਰਸ ਵੇਟ ਕਰ ਲਵੇ 5 ਤਰੀਕ ਤੱਕ, ਉਸ ਤੋਂ ਬਾਅਦ ਕਿ ਇੰਪਲੀਮੈਂਟ ਹੁੰਦਾ ਕਿ ਨਹੀਂ ਹੁੰਦਾ ਪਤਾ ਲੱਗ ਜਾਏਗਾ। 5 ਤਰੀਕ ਕਿਹੜਾ ਜ਼ਿਆਦਾ ਦੂਰ ਹੈ। ਗੌਰਵ ਜੀ, ਬੇਸਿਕਲੀ ਨਾ ਔਨ ਦੀ ਫੇਸ ਆਫ ਇਟ ਇਟ ਲੁਕਸ ਇਨਕੰਪਲੀਟ ਪਾਲਿਸੀ ਲੱਗਦੀ ਹੈ, ਜਾਂ ਫਾਲਟੀ ਪਾਲਿਸੀ ਹੈ। ਆ ਵਧੀਆ ਹੁੰਦਾ ਕਿ ਆ ਜੇ ਇਹਨਾਂ ਨੇ ਇਦਾਂ ਹੀ ਕਰਨਾ ਸੀਗਾ ਵੀ ਤੁਹਾਨੂੰ ਰੇਤਾ ਤੁਹਾਡੇ ਘਰ ਦੇ ਦੁਆਰ 'ਚ ਮਿਲੇਗੀ, ਤੇ ਆ ਟਰਾਂਸਪੋਰਟੇਸ਼ਨ ਦੇ ਰੇਟ ਵੀ ਫਿਕਸ ਕਰ ਲੈਂਦੇ ਕਿ ਜੀ 5 ਰੁਪਏ ਖੱਡ ਦਾ ਰੇਟ ਹੈ, ਤੇ ਜੇ ਤੁਹਾਡੀ ਡਿਲੀਵਰੀ ਹੋਊਗੀ ਜਾਂ ਤੁਹਾਡੀ ਸਾਈਟ ਤੇ ਡਿਲੀਵਰੀ ਹੋਊਗੀ ਤੇ 2 ਰੁਪਏ ਹੋਰ ਪੈ ਜਾਣਗੇ, ਤੇ ਤੁਹਾਨੂੰ ਘਰ ਨੂੰ 7-8 ਰੁਪਏ ਕੋਸਟ ਕਰ ਜਾਏਗੀ। ਅੱਜ ਤੇ ਤੁਸੀਂ ਸਾਰਾ ਬਲੈਂਕ ਕਰ ਛੱਡਿਆ, ਤੁਸੀਂ ਓਪੇਕ ਪਾਲਿਸੀ ਲੈ ਕੇ ਆਏ ਹੋ, ਵਿਚ ਇਜ਼ ਨੋਟ ਕਰੈਕਟ। ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਧੋਖਾ ਹੈਗਾ। ਜੇ ਇਹ ਧੋਖੇ ਨੂੰ ਅਸਲੀ ਤਰੀਕੇ ਨਾਲ ਅਜੇ ਪੋਜ਼ਿਟਿਵ ਕਰਨਾ ਚਾਹੁੰਦੇ ਨੇ, ਤੇ ਆ ਉਹਦੀ ਟਰਾਂਸਪੋਰਟੇਸ਼ਨ ਕੋਸਟ ਪਾ ਕੇ ਲੋਕਾਂ ਨੂੰ ਦੱਸਣ ਕਿ ਯਾਰ ਸਾਡੇ ਘਰ ਇਹਦਾ MRP ਰੇਤਾ ਦਾ 100 ਫੁੱਟ ਦਾ 1500 ਰੁਪਏ ਹੋਏਗਾ, 5 ਰੁਪਏ ਪਲੱਸ 10 ਰੁਪਏ। ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ ਤੁਹਾਡਾ ਸਰ। ਮੈਂ ਜਵਾਬ ਲਵਾਂਗਾ ਸੁਖਦੇਵ ਜੀ। ਦੇਖੋ ਗੱਲ ਗੌਰਵ ਜੀ ਇਹ ਹੈ, ਅੱਜ ਹਾਲਾਤ ਇਹ ਨੇ, ਬਾਰਡਰ ਦੇ ਉੱਤੇ ਫੌਜੀ ਤਾਹਾਂ ਮਾਰਦੇ ਨੇ, ਰੇਤਾ ਵੀ ਇੱਥੋਂ ਨਜਾਇਜ਼ ਵਿਕ ਰਿਹਾ। 11 ਮਹੀਨਿਆਂ ਚ ਤਾਹਾਂ ਮਾਰਨ ਲੱਗ ਗਏ। ਰੇਲਵੇ ਕਹਿੰਦੀ ਸਾਡੇ ਪੁਲ ਢਹਿਣ ਲੱਗੇ ਆ, ਔਰ ਹਾਈ ਕੋਰਟ ਵੀ ਕਹਿੰਦੀ ਹੈ AG ਆਫਿਸ ਦੇ ਵਕੀਲ ਨੂੰ ਬੁਲਾ ਕੇ ਵੀ ਆ ਤੁਹਾਨੂੰ ਅਸੀਂ ਖੋਲ ਰਹੇ ਆ, ਪਰ ਜਾ ਕੇ ਆਹ ਜਿਹੜੀ ਗੱਲ ਹੈ ਵੀ ਡੀਸਿਲਟਿੰਗ ਦਾ ਮਤਲਬ ਕੀ ਹੁੰਦਾ ਹੈ, ਇਹ ਆਪਦੀ ਜਾ ਕੇ ਸਰਕਾਰ ਨੂੰ ਸਮਝਾ ਲਿਓ। ਤੁਹਾਡੀ ਸਰਕਾਰ ਨੂੰ ਪਤਾ ਨਹੀਂ। ਇਹ ਹਾਈ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ, ਐਡੀਆਂ ਸਟਰੋਂਗ ਆਬਜ਼ਰਵੇਸ਼ਨ, ਵੀ ਜਾ ਕੇ ਆਪਦੇ ਵਕੀਲ ਨੂੰ ਕਿਹਾ ਵੀ ਸਰਕਾਰ ਨੂੰ ਸਮਝਾ ਲਿਓ। ਸੰਘੇੜਾ ਸਾਹਿਬ ਮੈਂ ਜਵਾਬ ਲਵਾਂਗਾ ਤੁਹਾਡੇ ਤੋਂ, ਰੇਤਾ ਵੇਚੀ ਜਾਂਦੇ ਹੋ। ਇਹ ਹਾਈ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ। ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ ਸੰਘੇੜਾ ਸਾਹਿਬ। ਦੇਖੋ ਇੱਕ ਪ੍ਰੈਕਟੀਕਲ ਗੱਲ ਹੈ।
ਕਿ ਅੱਜ ਕੱਲ ਦੇ ਦੌਰ ਦੇ ਵਿੱਚ ਮੈਂ ਅਰਬਨ ਦਾ ਵੀ, ਚਾਹੇ ਮੈਂ ਆਪਣਾ ਜਿਹੜਾ ਰੂਰਲ ਇਲਾਕਾ ਉਸ ਦਾ ਵੀ ਜ਼ਿਕਰ ਕਰ ਲਵਾਂ, ਪ੍ਰੈਕਟੀਕਲ ਤੌਰ ਦੇ ਉੱਤੇ ਕਿ ਕੋਈ ਕਹੇ ਕਿਸੇ ਨੂੰ ਕਿ ਚਲੋ ਇੱਕ ਟਰਾਲੀ ਰੇਤੇ ਦੀ ਲੈ ਆਈਏ, ਆਪਾਂ ਘਰ ਦਾ ਕੰਮ ਸ਼ੁਰੂ ਕਰਨਾ ਹੈ, ਥੋੜਾ ਜਿਹਾ ਮੁਸ਼ਕਿਲ ਲੱਗਦਾ। ਅੱਜ ਕੱਲ ਤਾਂ ਆਨਲਾਈਨ ਹੈ ਕੰਮ ਸਾਰਾ, ਲੋਕ ਸ਼ੂਜ਼ ਖਰੀਦਣ ਨਹੀਂ ਜਾਂਦੇ, ਕੱਪੜੇ ਖਰੀਦਣ ਨਹੀਂ ਜਾਂਦੇ, ਅੱਜ ਕੱਲ ਸਾਰਾ ਕੁਝ ਐਪ ਤੇ ਚੱਲ ਰਿਹਾ ਕਿ ਘਰੇ ਆ ਜਾਵੇ ਸਾਰਾ ਕੁਝ, ਸਾਨੂੰ ਨਾ ਜਾਣਾ ਪਵੇ ਕਿਤੇ। ਇਹ ਪ੍ਰੈਕਟੀਕਲ ਗੱਲ ਹੈ। ਤੁਹਾਨੂੰ ਨਹੀਂ ਲੱਗਦਾ ਕਿ ਉਸ ਦੌਰ ਦੇ ਵਿੱਚ ਕੋਈ ਜਾਏਗਾ, ਜਾ ਕੇ 5.5 ਰੁਪਏ ਰੇਤਾ ਖਰੀਦਣ ਦੇ ਲਈ ਖੱਡ ਦੇ ਉੱਤੇ, ਅੱਗੇ ਨੂੰ ਗਰਮੀ ਵੀ ਬਹੁਤ ਹੋ ਜਾਣੀ ਹੈ, ਖੱਜਲ ਖੁਆਰ ਹੋਏਗਾ, ਥੋੜਾ ਜਿਹਾ ਕੋਈ ਹੋਰ ਸਿਸਟਮ ਬੈਟਰ ਹੋ ਸਕਦਾ ਸੀ ਇਸ ਦੇ ਨਾਲ? ਸਿਸਟਮ ਹੋਰ ਜਿਹੜਾ ਆ, ਇਹ ਸਿਸਟਮ ਜਦੋਂ ਚੱਲੂਗਾ ਨਾ, ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਤੁਸੀਂ ਨਾ ਹੋਰ ਤਰ੍ਹਾਂ ਇਮੇਜਿਨ ਕਰ ਰਹੇ ਹੋ, ਜਦੋਂ ਕੋਈ ਘਰ ਬਣਾਉਂਦਾ ਆ, ਮੈਂ ਆਪਣਾ ਘਰ ਆਪ ਬਣਾਇਆ ਆ, ਮੈਂ ਵੀ ਭੱਠੇ ਤੇ ਨਹੀਂ ਸੀ ਗਿਆ ਹਰ ਵਾਰੀ। ਜਦੋਂ ਤੁਹਾਨੂੰ ਜਿਹੜੇ ਨਾਲ ਤੁਹਾਡੇ ਸਟਾਫ, ਤੁਹਾਡਾ ਕੋਈ ਇੱਟਾਂ ਖਰੀਦਣ ਜਾਂ ਲਾਉਣ ਵਾਲੇ ਜਾਂ ਮਿਸਤਰੀ ਜਾਂ ਪੂਰਾ ਕ੍ਰਿਊ ਹੁੰਦਾ ਆ, ਉਹਦੇ ਵਿੱਚੋਂ ਹੀ ਕਿਸੇ ਨੇ ਜਾਣਾ ਹੁੰਦਾ ਆ। ਜ਼ਰੂਰੀ ਨਹੀਂ ਹੈ ਵੀ ਜਿਹੜਾ ਬੰਦਾ ਮਾਲਕ ਹੈ ਜਾਂ ਘਰ ਬਣਾ ਰਿਹਾ ਹੈ ਉਹ ਨਹੀਂ ਉੱਥੇ ਜਾਣਾ ਆ। ਇਹ ਸਿਸਟਮ ਬਣਾਇਆ, ਜੋ ਸੋਈ ਸਾਹਿਬ ਨੇ ਗੱਲ ਕੀਤੀ ਆ, ਉਹਦਾ ਵੀ ਹੱਲ ਨਿਕਲ ਆਏਗਾ। ਨਾਲੋਂ ਨਾਲ ਜਦੋਂ ਅਸੀਂ ਕੰਮ ਕਰਾਂਗੇ, ਮਾਈਨਰ ਚੇਂਜਸ ਹੁੰਦੀਆਂ ਰਹਿੰਦੀਆਂ ਆ, ਪਰ ਇਹ ਇੱਕ ਰੈਵੋਲੂਸ਼ਨਰੀ, ਇਹ ਜਿਹੜਾ ਸਕੀਮ ਬਣਾਈ ਹੈ, ਰੈਵੋਲੂਸ਼ਨਰੀ ਪ੍ਰੋਜੈਕਟ ਬਣਾਇਆ, ਇਹ ਜੋ ਕੈਬਨਿਟ ਨੇ ਅੱਜ ਪਾਸ ਕੀਤਾ ਹੈ, ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਅਸੀਂ ਇਹਨੂੰ ਲਾਗੂ ਕਰਾਂਗੇ। ਖਨਨ ਮੰਤਰੀ ਫਾਇਦਾ ਹੋਏਗਾ, ਬਿਲਕੁਲ ਫਾਇਦਾ ਹੋਏਗਾ, ਬਿਲਕੁਲ ਜਿਸ ਤਰ੍ਹਾਂ ਬਾਕੀ ਚੀਜ਼ਾਂ ਸਕਸੈਸਫੁਲ ਹੋਈਆਂ ਇਸੇ ਤਰ੍ਹਾਂ ਹੀ ਫਾਇਦਾ ਹੋਏਗਾ। ਸਾਡਾ ਦਾਅਵਾ ਆ, ਅਸੀਂ ਇਹਨੂੰ ਲਾਗੂ ਕਰਕੇ ਦਿਖਾਵਾਂਗੇ। ਵਿਰੋਧੀਆਂ ਨੂੰ ਇਨ ਟੋਟਲ ਰੱਦ ਨਹੀਂ ਕਰਨਾ ਚਾਹੀਦਾ ਕਿ ਪੂਰਾ ਸਿੱਟੀ ਚਲੀ ਜਾ, ਕਿੱਦਾਂ ਇਹ ਲਾਗੂ ਹੋਏਗਾ ਬਕਾਇਦਾ। ਠੀਕ ਹੈ, ਚਲੋ ਮੈਨੂੰ ਕੰਕਲੂਡ ਕਰਨਾ ਹੋਏਗਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸੁਣਨ ਨੂੰ ਫਿਲਹਾਲ ਤਾਂ ਵਧੀਆ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਦਾਅਵੇ ਹੋ ਰਹੇ ਨੇ ਕਿ 5.5 ਰੁਪਏ ਰੇਤ ਮਿਲੇਗਾ। ਹੁਣ ਜੇਕਰ ਉੱਥੇ ਜਾ ਕੇ ਰੇਤ ਲਿਆਉਣਾ ਪਵੇ, ਕੋਈ ਵੱਡਾ ਆਪਾਂ ਕੰਮ ਸ਼ੁਰੂ ਕਰਨਾ ਹੈ, ਕੋਈ ਕੋਠੀ ਜਾਂ ਫਿਰ ਕੋਈ ਹੋਰ ਕੋਈ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਨਾ ਹੈ, ਤੇ ਜੇ ਵਾਵਾ ਰੇਤ ਚਾਹੀਦਾ ਹੈ ਤਾਂ ਫਿਰ ਉੱਥੇ ਜਾਣ ਦੇ ਵਿੱਚ ਵੀ ਕੋਈ ਹਰਜ਼ ਨਹੀਂ ਹੈ। ਉੱਥੇ ਜਾ ਕੇ ਜੇਕਰ ਰੇਤ ਲਿਆ ਕੇ ਸਸਤਾ ਪੈ ਜਾਵੇ ਲੋਕਾਂ ਦੇ ਲਈ ਤਾਂ ਆਸਾਨ ਹੋਏਗਾ। ਪਰ ਉਮੀਦ ਕਰਦੇ ਹਾਂ ਕਿ ਇੰਪਲੀਮੈਂਟੇਸ਼ਨ ਵੀ ਉਸ ਤਰੀਕੇ ਨਾਲ ਹੋਏਗੀ ਜਿਸ ਤਰੀਕੇ ਨਾਲ ਐਲਾਨ ਹੋਇਆ ਹੈ। 5 ਤਰੀਕ ਜ਼ਿਆਦਾ ਦੂਰ ਨਹੀਂ ਹੈ, ਸੀਐਮ ਖੁਦ ਇਸ ਦਾ ਆਗਾਜ਼ ਕਰਨਗੇ। ਪਤਾ ਲੱਗੇਗਾ ਕਿਹੜੀ ਸਾਈਟ ਹੈ, ਉਸ ਸਾਈਟ ਦੇ ਉੱਤੇ ਕੌਣ ਮੌਜੂਦ ਹੋਏਗਾ, ਕਿਵੇਂ ਪਤਾ ਲੱਗੇਗਾ ਕਿ ਜੇਕਰ ਕੋਈ ਰੇਤਾ ਲੈਣ ਗਿਆ ਤਾਂ ਉੱਥੋਂ ਰੇਤਾ ਲੈ ਸਕਦੇ ਜਾਂ ਨਹੀਂ ਲੈ ਸਕਦੇ, ਪੂਰਾ ਸਿਸਟਮ ਕੀ ਹੈ, ਉਸ ਦੇ ਲਈ ਥੋੜਾ ਜਿਹਾ ਇੰਤਜ਼ਾਰ ਜ਼ਰੂਰ ਕਰਨਾ ਹੋਵੇਗਾ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਨਾ।